दस्तावेज़ के इस विशेष अंक दे विच तुहाडा स्वागत। दोस्तों, मैं तुहाडा दोस्त जगजीत गिल। जदों भी किसी लेखक नूं कोई वड्डा इनाम मिलता है जां सन्मान मिलता है तो चर्चा शुरू हो जाती है, गल्लां शुरू हो जांदियां हन। ये क्यों कि असीं किसी लेखक की रचना के उत्ते जां उसकी रचना प्रक्रिया के उत्ते शक करते हाँ, जां फिर उस इनाम जां सन्मान देने वाली संस्था की इस गल के उत्ते शक करते हाँ कि उसने चोण किंज की है। कुछ तो है जिस करके इनाम सन्मान दे मिलदियां ही चर्चा शुरू हो जाती है। अज इस विशेष अंक की जरूरत सानू इस करके पई है कि असीं खुल के गल कर सकीए कि की है इस सियासत के पिछे तो क्यों ਸਾਹਿਤ ਦੇ ਵਿੱਚ ਜਦੋਂ भी इनाम सन्मान की गल ਹੁੰਦੀ है तो ये गल्लां सिर चुकन लगदियां ਹਨ। तो एक गल असीं शुरू ਦੇ ਵਿੱਚ ਇਹ साफ कर दईए कि एक अनपलैंड चर्चा है तो एक गैर रस्मी संवाद है जिसका करके बहुत सारिया तुहानूं बेतरतीबियां इस दे विच नज़र आउणगीਆਂ तो असीं उन्हां नूं बेतरतीबियां नूं उंज दे उंज ही रहन दिता है ताकि ये साफ हो सके कि इहो जिहियां गल्लां जिहड़ियां वो सहीजे हो जांदियां हन, सह सुभाਅ हो जांदियां हन ते सह सुभाਅ सानूं कई बड़े तरतीबियां नूं भी चलना पैंदा है। पिछले दिनी सिमरन धालीवाल जिहड़े वो तरलोचन तरनताਰਨ दे घरे आए, उत्थे ही सुशील दोसांझ जिहड़े कि हुण मैगजीन के संपादक ने वो भी पहुँचे हुए सन। तो तरलोचन ने मैनू भी सद लिया तो मेरी आदत है कि मैं कैमरा ला के बह जाना है तो जो भी गल्लां हुंदियां रहिंदियां वो, क्योंकि गल्लां जदों सहज सुभाई हुंदियां ने उदों बहुत सच्चियां ते खरियां भी कई वारी हो जांदियां। तो उत्थे गल चल पई इनामां सन्मानां दी, इसकी सियासत की, तो बड़ियां खुल के गल्लां होईयां। पर फिर भी सानू लगा कि जिद्दां कुछ गल्लां जिहड़ियां खुल के नहीं हो सकियां, उहदे वास्ते असीं फिर कुछ अपने दोस्तां नूं रिक्वेस्ट की कि वो अपने खुले जिहड़े विचार इनामां सन्मानां दी सियासत दे बारे खुल के गल करन ताकि असीं तुहाडे तक उन्हां विचारां नूं भी पहुँचा सकीए। ਜਿਹੜੀ ਸਾਹਿਤ ਦੇ ਖੇਤਰ ਵਿੱਚ ਇਨਾਮਾਂ ਸਨਮਾਨਾਂ ਦੇ ਜਿਹੜੀ ਜੁਗਾੜ ਵਾਲੀ ਗੱਲ ਨਾ ਹੁੰਦੀ ਹੋਣੀ ਆ, ਹੁੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜੇ ਪਰਸਨਲੀ ਮੈਨੂੰ ਤੁਸੀਂ ਪੁੱਛੋ ਅਕੈਡਮੀ ਸਾਹਿਤ ਅਕੈਡਮੀ ਯੁਵਾ ਅਵਾਰਡ, ਤਾਂ ਸੱਚੀ ਗੱਲ ਆ 3 ਸਾਲ ਲਗਾਤਾਰ ਮੈਨੂੰ ਕਾਲ ਆਉਂਦੀ ਰਹੀ ਅਕੈਡਮੀ ਤੋਂ ਬਰਥ ਸਰਟੀਫਿਕੇਟ ਭੇਜਣ ਦੇ ਲਈ, ਕਿਤਾਬਾਂ ਭੇਜਣ ਦੇ ਲਈ ਜਾਂ ਹੋਰ ਮੇਰਾ ਕਿਸੇ ਕਿਸਮ ਦਾ ਕੋਈ ਡਾਟਾ ਲੈਣ ਦੇ ਲਈ। 3 ਸਾਲ ਮੈਨੂੰ ਪੰਜਾਬੀ 'ਚ ਜਿਹੜੇ ਦੋਸਤਾਂ ਨੂੰ ਸੀਨੀਅਰ ਲੇਖਕਾਂ ਨੂੰ ਜਿਹੜਾ ਵਾ ਐਡਵਾਈਜ਼ਰੀ ਮੈਂਬਰ ਨਿਯੁਕਤ ਕਰਦੇ ਸੀਗੇ, ਉਹਨਾਂ ਦੇ ਫੋਨ ਵਗੈਰਾ ਵੀ ਆਉਂਦੇ ਰਹੇ ਮੇਰੀ ਡਿਟੇਲ ਲੈਣ ਦੀ ਖਾਤਰ, ਕਿਤਾਬ ਕਦੋਂ ਛਪੀ, ਕਿਹਨੇ ਛਾਪੀ, ਕੁਛ ਮੇਰੀ ਉਮਰ ਦਾ ਦੂਜਾ ਤੀਜਾ, ਕਿਉਂਕਿ ਉਹਦੇ 'ਚ ਉਮਰ ਸੀਮਾ ਵਾ। ਤਾਂ ਉਹ ਚੀਜ਼ਾਂ ਹੁੰਦੀਆਂ ਰਹੀਆਂ, ਪਰ ਮੈਨੂੰ 3 ਸਾਲ ਅਵਾਰਡ ਨਹੀਂ ਸੀ ਮਿਲਿਆ। ਯਾਨੀ ਕਿ 12 ਦੀ ਗੱਲ ਸ਼ੁਰੂ ਹੋਈ, ਮੈਨੂੰ ਜਾ ਕੇ ਸਾਹਿਤ ਅਕੈਡਮੀ ਦਾ ਜਿਹੜਾ ਯੁਵਾ ਅਵਾਰਡ ਹੈ ਉਹ ਮਿਲਿਆ 2015 ਦੇ ਵਿੱਚ। ਕੀ ਹੁੰਦਾ ਰਿਹਾ, ਕੌਣ ਦਿੰਦਾ ਰਿਹਾ, ਕਿਉਂ ਨਹੀਂ ਮੈਨੂੰ ਦਿੰਦੇ ਰਹੇ, ਪੁੱਛ ਕੇ ਗੱਲਾਂ ਕਰਕੇ ਕਿੱਦਾਂ, ਮੈਨੂੰ ਕੁਛ ਨਹੀਂ ਪਤਾ। ਜਦੋਂ ਮਿਲਿਆ ਮੈਨੂੰ ਉਦੋਂ ਵੀ ਨਹੀਂ ਪਤਾ। ਈਵਨ ਦੈਨ ਮੈਨੂੰ ਕੋਈ ਅਕੈਡਮੀ ਵੱਲੋਂ ਕਾਲ ਨਹੀਂ ਸੀ ਆਈ। ਮੈਨੂੰ ਅੱਜ ਵੀ ਯਾਦ ਆ, ਗਗਨਦੀਪ ਸ਼ਰਮਾ ਸਾਡਾ ਸ਼ਾਇਰ ਅਤੇ ਕਹਾਣੀਕਾਰ ਰਾਮਪੁਰੇ ਤੋਂ, ਅੱਜ ਕੱਲ੍ਹ ਦਿੱਲੀ ਆ। ਗਗਨਦੀਪ ਸ਼ਰਮਾ ਦਾ ਮੈਨੂੰ ਫੋਨ ਆਇਆ ਕਿ ਮੁਬਾਰਕਾਂ, ਤੈਨੂੰ ਅਕੈਡਮੀ ਅਵਾਰਡ ਮਿਲਿਆ। ਮੈਂ ਕਿਹਾ ਵੀ ਕਿੱਥੇ, ਮੈਨੂੰ ਤਾਂ ਪਤਾ ਨਹੀਂ। ਕਹਿੰਦਾ ਆਪਣਾ ਅਕੈਡਮੀ ਦੀ ਵੈਬਸਾਈਟ ਚੈੱਕ ਕਰ, ਉਹਨਾਂ ਨੇ ਕਰਤਾ ਡਿਕਲੇਅਰ। ਤਾਂ ਮੈਂ ਗਗਨਦੀਪ ਸ਼ਰਮਾ ਦੇ ਦੱਸੇ 'ਤੇ ਅਕੈਡਮੀ ਦੀ ਵੈਬਸਾਈਟ 'ਤੇ ਚੈੱਕ ਕੀਤਾ ਲਿਸਟ ਜਿਹੜੀ ਪਈ ਹੋਈ ਸੀ ਅਵਾਰਡਾਂ ਦੀ, ਉਸ ਸਾਲ ਦੇ ਅਵਾਰਡਾਂ ਦੀ। ਉਸ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਮੈਨੂੰ ਕੁਛ ਨਹੀਂ ਪਤਾ। ਈਵਨ ਜਿਹੜੇ ਜਿਊਰੀ ਮੈਂਬਰ ਸੀਗੇ ਮਨਮੋਹਨ, ਉਹਨਾਂ ਦਾ ਮੈਨੂੰ ਪਤਾ ਹੁਣ ਯਾਦ ਆ। ਮੈਂ ਕਦੇ ਜ਼ਿੰਦਗੀ 'ਚ ਨਹੀਂ ਮਿਲਿਆ ਮਨਮੋਹਨ ਨੂੰ। ਮੇਰਾ ਕਿਸੇ ਤਰ੍ਹਾਂ ਦਾ ਕੋਈ ਫੋਨ 'ਤੇ ਕੋਈ ਜਾਣ ਪਛਾਣ ਹੀ ਨਹੀਂ ਹੈ। ਨਾ ਮੇਰਾ ਉਹ ਜਾਣਦੇ ਹੁਣ, 100 ਵਾਰ ਜਾਣਦੇ ਹੁਣ। ਮੈਂ ਉਹਨਾਂ ਦਾ ਨਾਂ ਜਾਣਦਾ, ਵੱਡਾ ਨਾਮ ਆ, ਸੀਨੀਅਰ ਨੇ, ਸਾਰਾ ਕੁਛ ਆ। ਪਰ ਪਰਸਨਲੀ ਮੈਂ ਉਹਨਾਂ ਨੂੰ ਕਦੇ ਨਹੀਂ ਹਾਂ ਜਾਣਦਾ, ਨਾ ਹੁਣ ਜਾਣਦਾ, ਨਾ ਉਹ ਤੋਂ ਬਾਅਦ ਜਾਣਦਾ। ਈਵਨ ਜਿਊਰੀ ਮੈਂਬਰ ਡਿਕਲੇਅਰ ਕਰ ਦਿੰਦੇ ਆ ਉਹ, ਮੈਂ ਕੋਈ ਥੈਂਕਸ ਤੱਕ ਦਾ ਵੀ ਨਹੀਂ ਫੋਨ ਕੀਤਾ ਕਿਸੇ ਨੂੰ।
ਚਰਚਾ ਲਈ ਜਿਹੜਾ ਇਹ ਵਿਸ਼ਾ ਇਹ ਅੱਜ ਪੰਜਾਬੀ ਸਾਹਿਤ ਲਈ ਬੜੀ ਸਮੱਸਿਆ ਬਣਿਆ ਹੋਇਆ, ਕਿਉਂਕਿ ਪੰਜਾਬੀ ਸਾਹਿਤ ਦੇ ਵਿੱਚ ਪੁਰਸਕਾਰ ਦਿੱਤੇ ਨਹੀਂ ਜਾਂਦੇ, ਸਗੋਂ ਹਥਿਆਏ ਜਾਂਦੇ ਨੇ। ਹਥਿਆਉਣ ਲਈ ਜਿਹੜੇ ਬੰਦੇ ਕੋਲ ਪਹੁੰਚ ਹੁੰਦੀ ਆ, ਉਹ ਭਾਵੇਂ ਉਹਦੇ ਕੋਲ ਇਹ ਪ੍ਰਸ਼ਾਸਨਿਕ ਪਹੁੰਚ ਹੋਵੇ ਜਾਂ ਉਹਦੇ ਕੋਲ ਪੈਸੇ ਦੀ ਪਹੁੰਚ ਹੋਵੇ, ਉਹਦਾ ਲਿਟਰੇਚਰ, ਉਹਦਾ ਸਾਹਿਤ ਉਸ ਪੁਰਸਕਾਰ ਦੇ ਸੰਬੰਧ ਦੇ ਵਿੱਚ ਭਾਵੇਂ ਪੂਰਾ ਨਾ ਉਤਰਦਾ ਹੋਵੇ, ਪਰ ਫਿਰ ਵੀ ਉਹ ਪੁਰਸਕਾਰ ਹਥਿਆ ਲਏ ਜਾਂਦੇ ਨੇ। ਪੰਜਾਬੀ ਦੇ ਵਿੱਚ ਸਭ ਤੋਂ ਵੱਡਾ ਇਨਾਮ ਦਾ ਮੰਨਿਆ ਜਾਂਦਾ ਅਵਾਰਡ ਦੇ ਲਈ 70ਵੇਂ ਤੋਂ ਬਾਅਦ ਮੇਰੇ ਖਿਆਲ 'ਚ ਕੋਈ ਵੀ ਇਹੋ ਜਿਹਾ ਇਨਾਮ ਨਹੀਂ ਵੀ ਜਦੋਂ ਇਨਾਮ ਦੀ ਚਰਚਾ ਨਾ ਹੋਈ ਹੋਵੇ। ਪਰ 1987-88 ਤੋਂ ਬਾਅਦ ਜਾਂ 90 ਤੋਂ ਮੰਨ ਲੈਂਦੇ ਆ, ਤਾਂ ਉਦੋਂ ਤੋਂ ਬਾਅਦ ਤਾਂ ਇਸ ਤਰ੍ਹਾਂ ਲੱਗਣ ਲੱਗ ਪਿਆ, ਜਾਂ 2000 ਸੰਨ ਤੋਂ, ਵੀ ਪੰਜਾਬੀ ਸਾਹਿਤ ਦੇ ਵਿੱਚ ਕਿਹੜਾ ਇਨਾਮ ਕਦੋਂ ਕਿਹੜੇ ਬੰਦੇ ਨੂੰ ਮਿਲਣਾ, ਇਹਦੇ ਬਾਰੇ ਚਰਚਾ 6 ਮਹੀਨੇ ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਸੀ। ਪੰਜਾਬੀ ਦੇ ਵਿੱਚ ਇਨਾਮ ਲੈਣ ਦੀ ਜਿਹੜੀ ਇਹ ਲਲਕ ਤੇ ਜਿਹੜੀ ਇਹ ਭਾਵਨਾ ਪੈਦਾ ਹੋਈ ਆ, ਇਹ ਕੋਈ ਪੰਜਾਬੀ ਦੇ ਪਾਠਕਾਂ ਵੱਲੋਂ ਪੈਦਾ ਨਹੀਂ ਕੀਤੀ ਗਈ। ਅਸਲ ਦੇ ਵਿੱਚ ਇਨਾਮ ਸਭ ਤੋਂ ਵੱਡਾ ਤਾਂ ਤੁਹਾਡੇ ਪਾਠਕ ਹੁੰਦੇ ਨੇ, ਜਿਹੜੇ ਤੁਹਾਨੂੰ ਚਿੱਠੀਆਂ ਲਿਖਦੇ ਨੇ ਜਾਂ ਤੁਹਾਨੂੰ ਫੋਨ ਕਰਦੇ ਨੇ ਜਾਂ ਤੁਹਾਨੂੰ ਕਿਤੇ ਸਾਹਿਤ ਸਮਾਗਮ ਦੇ ਵਿੱਚ ਜਾਂ ਕਿਤੇ ਬਾਜ਼ਾਰ ਦੇ ਵਿੱਚ ਤੁਹਾਨੂੰ ਮਿਲਦੇ ਨੇ ਤੇ ਤੁਹਾਡੇ ਕਿਸੇ ਰਚਨਾ ਦੀ ਉਹ ਚਰਚਾ ਕਰਦੇ ਹੋਏ ਤੁਹਾਡੀ ਪ੍ਰਸ਼ੰਸਾ ਦੇ ਲਈ ਉਹ ਗੱਲਾਂ ਕਰਦੇ ਨੇ। ਸਭ ਤੋਂ ਵੱਡਾ ਨਾਮ ਤਾਂ ਪਾਠਕਾਂ ਦਾ ਹੁੰਦਾ, ਪਰ ਪਾਠਕਾਂ ਨੂੰ ਅੱਜ ਕੱਲ੍ਹ ਪੰਜਾਬੀ ਦੇ ਵਿੱਚ ਇਹ ਵੀ ਬੜੀ ਸਮੱਸਿਆ ਹੋਈ ਆ। ਪੰਜਾਬੀ ਦੇ ਵਿੱਚ ਉਹੀ ਲੋਕ ਸਭ ਤੋਂ ਵੱਧ ਰੌਲਾ ਪਾ ਰਹੇ ਨੇ ਜਿਹੜੇ ਪੰਜਾਬੀ ਸਾਹਿਤ ਦਾ ਵਪਾਰੀਕਰਨ ਕਰਨ ਲੱਗੇ ਹੋਏ ਨੇ। ਪੰਜਾਬੀ ਸਾਹਿਤ ਨੂੰ ਬਹੁਤ ਸਾਰੇ ਬੰਦਿਆਂ ਨੇ ਤਾਂ ਧੰਦਾ ਬਣਾਇਆ ਹੋਇਆ, ਧੰਦੇ ਦੇ ਵਿੱਚ ਉਹ ਮੁਨਾਫਾ ਵੇਖਦੇ ਨੇ, ਤੇ ਜਦ ਕਿ ਪੰਜਾਬੀ ਸਾਹਿਤ ਦੇ ਵਿੱਚ ਨਹੀਂ, ਕੋਈ ਵੀ ਭਾਸ਼ਾ ਦੇ ਵਿੱਚ ਜਦੋਂ ਕੋਈ ਬੰਦਾ ਲਿਖਦਾ ਜਾਂ ਉਹਨੂੰ ਕਿਤਾਬੀ ਰੂਪ ਦੇ ਵਿੱਚ ਦਿੰਦਾ, ਤਾਂ ਉਹਦੀ ਇੱਛਾ ਇਹ ਨਹੀਂ ਹੁੰਦੀ ਕਿ ਉਹਨੂੰ ਕੋਈ ਬਹੁਤ ਵੱਡਾ ਇਨਾਮ ਮਿਲੇ। ਉਹਦੀ ਇੱਛਾ ਹੁੰਦੀ ਹੈ ਕਿ ਉਹਦੀਆਂ ਭਾਵਨਾਵਾਂ ਪਾਠਕਾਂ ਤੱਕ ਪਹੁੰਚਣ। ਪਾਠਕਾਂ ਤੱਕ ਤਾਂ ਪਹੁੰਚਣਗੀਆਂ ਜੇ ਉਹ ਕਿਤਾਬੀ ਰੂਪ ਦੇ ਵਿੱਚ ਪਾਠਕਾਂ ਤੱਕ ਜਾਊਗਾ। ਪਰ ਪੰਜਾਬੀ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਕਿਤਾਬਾਂ ਹਜ਼ਾਰਾਂ ਦੀ ਗਿਣਤੀ ਵਿੱਚ ਛਪਦੀਆਂ ਸੀ, ਤੇ ਅੱਜ ਕੱਲ੍ਹ ਗਿਣਤੀ ਦੇ ਵਿੱਚ ਮੇਰੇ ਖਿਆਲ 100-150 ਤੱਕ ਦੀ ਰਹਿ ਗਈ ਹੈ। ਇਹਦਾ ਕਾਰਨ ਇਹ ਆ ਕਿ ਪੰਜਾਬੀ ਦੇ ਵਿੱਚ ਉਹੀ ਬੰਦਾ ਹੁਣ ਕਿਤਾਬ ਛਪਾ ਸਕਦਾ ਜਿਹਦੇ ਕੋਲ ਪੂੰਜੀ ਆ। ਪੂੰਜੀ ਦਾ ਮਤਲਬ ਇਹ ਹੈ ਵੀ ਪ੍ਰਕਾਸ਼ਕ ਪਹਿਲਾਂ ਕਿਤਾਬਾਂ ਛਾਪਣ ਦੇ ਲਈ ਵੀ ਲੇਖਕ ਨੂੰ ਸਬਸਿਡੀ, ਲੇਖਕ ਨੂੰ ਰਾਇਲਟੀ ਦਿੰਦੇ ਸੀ, ਉਹਨੂੰ ਪੈਸੇ ਦਿੰਦੇ ਸੀ। ਪਰ ਅੱਜ ਕੱਲ੍ਹ ਲੇਖਕ ਪੱਲਿਓਂ ਪੈਸੇ ਦੇ ਕੇ ਪ੍ਰਕਾਸ਼ਕਾਂ ਕੋਲੋਂ ਕਿਤਾਬਾਂ ਛਪਵਾਉਂਦੇ ਨੇ, ਤੇ ਫਿਰ ਉਹ ਇਨਾਮ ਸਨਮਾਨ ਲੈਣ ਦੇ ਲਈ ਭੱਜ ਦੌੜ ਕਰਦੇ ਨੇ। ਇਸ ਭੱਜ ਦੌੜ ਦੇ ਵਿੱਚ ਕਈ ਵਾਰੀ ਹੋ ਗਏ, ਮੈਂ ਇੱਕ ਆਰਟੀਕਲ ਲਿਖਿਆ ਸੀ ਜਦੋਂ ਮੈਨੂੰ ਪੁਰਸਕਾਰ ਮਿਲਿਆ, ਤੇ ਉਹ ਆਰਟੀਕਲ ਕਿਵੇਂ ਇਨਾਮ ਲੈ ਦਿੱਤੇ ਜਾਂਦੇ ਨੇ ਤੇ ਕਿਵੇਂ ਖਰੀਦੇ ਜਾਂਦੇ ਨੇ, ਉਹਦੇ ਸੰਦਰਭ ਦੇ ਵਿੱਚ ਲਿਖਿਆ ਸੀ। ਤੇ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਮੇਰੀ ਨੌਲੇਜ ਦੇ ਵਿੱਚ ਸਾਹਿਤਕਾਰ ਨੇ ਜਿਨ੍ਹਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ਉਹਨਾਂ ਨੂੰ ਇਨਾਮ ਮਿਲੇ, ਪਰ ਉਹਨਾਂ ਨੂੰ ਇਨਾਮ ਨਹੀਂ ਮਿਲਿਆ। ਇਨਾਮ ਕਿਉਂ ਨਹੀਂ ਮਿਲਿਆ? ਕਿਉਂਕਿ ਉਹਨਾਂ ਦਾ ਮਤਲਬ ਇਹ ਨਹੀਂ ਵੀ ਉਹਨਾਂ ਦਾ ਸਾਹਿਤ ਮਾੜਾ ਸੀ, ਕਿਉਂਕਿ ਉਹਨਾਂ ਦੀ ਪਹੁੰਚ ਮਾੜੀ ਸੀ, ਜੁਗਾੜਬੰਦੀ ਮਾੜੀ ਸੀ। ਅੱਜ ਕੱਲ੍ਹ ਸਾਹਿਤ ਦੇ ਵਿੱਚ ਜਿਹਦੀ ਜੁਗਾੜਬੰਦੀ ਵੱਡੀ ਆ ਉਹੀ ਵੱਡਾ ਸਾਹਿਤਕਾਰ ਆ। ਜਦੋਂ ਵੀ ਕਿਸੇ ਵੀ ਛੋਟੇ ਵੱਡੇ ਅਵਾਰਡ ਬਾਰੇ ਐਲਾਨ ਹੁੰਦਾ ਤਾਂ ਉਦੋਂ ਹੀ ਚੁੰਝ ਚਰਚਾ ਸ਼ੁਰੂ ਹੋ ਜਾਂਦੀ ਆ। ਪਿਛਲੇ ਸਾਲ ਲਾਹੌਰ ਦੇ ਕਹਾਣੀਕਾਰ, ਸੰਪਾਦਕ ਪੰਚਮ ਮੈਗਜ਼ੀਨ, ਸੁਚੇਤਨਾ ਪ੍ਰਕਾਸ਼ਕ ਦੇ ਮਾਲਕ ਮਕਸੂਦ ਸਾਕਬ ਦਾ ਕਹਾਣੀ ਸੰਗ੍ਰਹਿ ਤੂੰ ਘਰ ਚਲਾ ਜਾ ਛਪਿਆ ਸੀ। ਉਸ ਨੇ ਢਾਹਾਂ ਅਵਾਰਡ ਲਈ ਆਪਣਾ ਕਹਾਣੀ ਸੰਗ੍ਰਹਿ ਨਹੀਂ ਭੇਜਿਆ। ਢਾਹਾਂ ਅਵਾਰਡ ਵਾਲੇ
ਇੱਕ ਚੰਗੀ ਗੱਲ ਇਹ ਕਰਦੇ ਆ ਵੀ ਹੁਣ ਜੇ ਉਹਨੂੰ ਲੱਗਦਾ ਵੀ ਕੋਈ ਚਰਚਿਤ ਕਹਾਣੀ ਸੰਗ੍ਰਹਿ ਜਾਂ ਨਾਵਲ ਆ, ਤੇ ਜੇ ਲੇਖਕ ਨੇ ਉਹਨੂੰ ਨਹੀਂ ਭੇਜਿਆ ਤਾਂ ਉਹ ਸੰਬੰਧਿਤ ਲੇਖਕ ਨਾਲ ਰਾਬਤਾ ਕਾਇਮ ਕਰਦੇ ਆ। ਢਾਹਾਂ ਵਾਲਾ ਨੇ ਸਾਕਬ ਨੂੰ ਵੀ ਕਿਹਾ ਵੀ ਸਾਕਬ ਸਾਹਿਬ ਤੁਸੀਂ ਆਪਣਾ ਕਹਾਣੀ ਸੰਗ੍ਰਹਿ ਭੇਜੋ, ਪਰ ਸਾਕਬ ਨੇ ਆਪਣਾ ਕਹਾਣੀ ਸੰਗ੍ਰਹਿ ਨਹੀਂ ਭੇਜਿਆ। ਇਹ ਉਹਦੀ ਆ, ਕਿਉਂਕਿ ਹੋ ਸਕਦਾ ਵੀ ਉਹਨੂੰ ਵਿਸ਼ਵਾਸ ਨਾ ਹੋਵੇ ਜਾਂ ਉਹ ਇਸ ਪ੍ਰੋਸੈਸ 'ਚ ਨਾ ਪੈਣਾ ਚਾਹੇ। ਦੂਜੇ ਪਾਸੇ ਮੈਨੂੰ ਇਹ ਵੀ ਪਤਾ ਵੀ ਇੱਦਾਂ ਦੇ ਅਵਾਰਡਾਂ ਲਈ ਖਾਸ ਕਰ ਸਾਹਿਤ ਅਕਾਡਮੀ ਅਵਾਰਡ ਲਈ ਲੋਕੀ ਕਿੰਨਾ ਪੱਬਾਂ ਭਾਰ ਹੁੰਦੇ। ਇੱਕ ਵਾਰ ਰਾਮ ਸੁਭਾਂਖੀ ਨੂੰ ਮੇਰੇ ਕੋਲ ਆਏ, ਉਹਨਾਂ ਦਿਨਾਂ ਵਿੱਚ ਕਿਸੇ ਅਵਾਰਡ ਬਾਰੇ ਬੜੀ ਚਰਚਾ ਚੱਲਦੀ ਸੀ। ਅਣਖੀ ਸਾਹਿਬ ਜਿਊਰੀ ਮੈਂਬਰ ਸੀ। ਮੈਂ ਉਹਨੂੰ ਪੁੱਛਿਆ ਵੀ ਅਣਖੀ ਸਾਹਿਬ ਕੀ ਹੋਇਆ ਫਿਰ? ਅਣਖੀ ਉਹਨੇ ਬੜੇ ਸਿੱਧ ਪੱਧਰੇ ਸੀ ਅਤੇ ਉਹਨੂੰ ਬੜਾ ਲੋਕਲ ਕੋਲ ਨਹੀਂ ਰੱਖਦੇ ਸੀ। ਮੇਰੇ ਨਾਲ ਚੰਗੇ ਸੰਬੰਧ ਸੀ ਅਤੇ ਮੈਂ ਬੜੀਆਂ ਉਹਨਾਂ ਖੁੱਲ੍ਹੀਆਂ ਗੱਲਾਂ ਕਰਦਾ, ਭਾਵੇਂ ਤੋਂ ਉਮਰ 'ਚ ਵੱਡੇ ਸੀ। ਉਹ ਕਹਿੰਦੇ ਯਾਰ ਜਿਊਰੀ ਦੀ ਸ਼ੁਰੂ ਹੋਈ ਅਤੇ ਇੱਕ ਆਲੋਚਕ ਨੇ ਕਿਹਾ ਵੀ ਇਸ ਬਾਰੇ ਇਸ ਨਾਵਲਕਾਰ ਨੂੰ ਅਵਾਰਡ ਦਿਓ, ਕਿਉਂਕਿ ਉਹਦਾ ਨਾਵਲ ਬੜਾ ਚਰਚਾ 'ਚ ਅਤੇ ਇਸ ਨਾਵਲ ਬਾਰੇ ਵੱਡੇ ਵਿਦਵਾਨਾਂ ਨੇ 20 ਪੇਪਰ ਲਿਖੇ ਆ। ਅਣਖੀ ਹੁਣ ਕਿਤੇ ਮੈਂ ਇਸ ਗੱਲ ਤੇ ਅੜ ਗਿਆ ਵੀ ਉਹ ਨਾਵਲਕਾਰ ਨੇ 5-5 ਹਜ਼ਾਰ ਰੁਪਏ ਦੇ ਕੇ ਅਤੇ ਪੇਪਰ ਲਿਖਾ ਲਏ। ਇਹ ਜਿਹੜੇ ਸਿਫਾਰਸ਼ੀ ਜਾਂ ਪੈਸੇ ਨਾਲ ਪੈਸੇ ਦੇ ਕੇ ਪੇਪਰ ਲਿਖਾਏ ਗਿਆ ਕਿ ਉਹ ਨਾਵਲ ਵੱਡਾ ਹੋ ਗਿਆ ਕਿ ਉਹ ਫਿਰ ਅੜ ਗਏ। ਕਹਿੰਦੇ ਜਦੋਂ ਅਵਾਰਡ ਵਾਲਾ ਫੈਸਲਾ ਵੀ ਹੋ ਗਿਆ ਅਤੇ ਉਹ ਲੋਜਿਕ ਬਾਹਰ ਤੱਕ ਮੈਨੂੰ ਇਹੀ ਗੱਲਾਂ ਕਰਦੇ ਆ ਰਿਹਾ, ਅਣਖੀ ਸਾਹਿਬ ਇਹ ਗੱਲ ਚੰਗੀ ਹੋਈ, ਇਹ ਉਹ ਬੰਦੇ ਦਾ ਨਾਵਲ ਐਡਾ ਮਸ਼ਹੂਰ ਹੈ, ਇਹਨੇ ਪੇਪਰ ਲਿਖੇ, ਇੰਨਾ ਫਲਾਣਾ, ਤੁਸੀਂ ਉਹਨੂੰ ਅਵਾਰਡ ਦੇਣਾ ਚਾਹੀਦਾ ਸੀ। ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈ। ਜਦੋਂ ਜਸਵੰਤ ਸਿੰਘ ਕਮਲ ਹੋਰਾਂ ਨੂੰ ਉਹਨਾਂ ਦੇ ਨਾਵਲ 'ਤੇ ਸਾਹਿਤ ਅਕਾਡਮੀ ਅਵਾਰਡ ਦੇਣਾ ਸੀ ਅਤੇ ਉਦੋਂ ਇੱਕ ਜੂਰੀ ਮੈਂਬਰ ਨੇ ਮੈਨੂੰ ਦੱਸਿਆ ਬਈ ਅਸੀਂ ਕਮਲ ਹੋਰਾਂ ਨੂੰ ਇਸ ਕਰਕੇ ਅਵਾਰਡ ਦਿੱਤਾ ਵੀ ਉਹਨਾਂ ਨੇ ਪੰਜਾਬੀ ਵਿੱਚ ਬਹੁਤ ਵੱਡਾ ਪਾਠਕ ਵਰਗ ਪੈਦਾ ਕੀਤਾ। ਇਹ ਕਮਲ ਹੋਰਾਂ ਦੀ ਬਹੁਤ ਵੱਡੀ ਦੇਣ ਆ। ਜੇ ਉਹਨਾਂ ਨੇ ਏਡਾ ਵੱਡਾ ਪਾਠਕ ਵਰਗ ਦਿੱਤਾ ਅਤੇ ਜਿਹੜੇ ਆਉਣ ਵਾਲੇ ਲੇਖਕਾਂ ਲਈ ਉਹਨਾਂ ਇੱਕ ਰਾਹ ਕ੍ਰੀਏਟ ਕੀਤਾ। ਅਸੀਂ ਉਹਨਾਂ ਦਾ ਖੱਟਿਆ ਵਾ ਖਾਂਦੇ ਹਾਂ। ਉਹ ਮੈਨੂੰ ਇਹ ਵੀ ਪਤਾ ਵੀ ਉਸ ਜੂਰੀ ਮੈਂਬਰ ਨੇ ਕਮਲ ਹੋਰਾਂ ਦਾ ਨਾਵਲ ਨਹੀਂ ਪੜ੍ਹਿਆ ਸੀ। ਜਦੋਂ ਜੂਰੀ ਮੈਂਬਰ ਦਾ ਫੈਸਲਾ ਹੋ ਗਿਆ ਵੀ ਚਲੋ ਇਸ ਵਾਰ ਕਮਲ ਸਾਹਿਬ ਨੂੰ ਅਵਾਰਡ ਦੇ ਦਿਓ, ਅਤੇ ਉੱਥੇ ਗੱਲ ਹੋ ਚੱਲੀ ਵੀ ਪੁੱਛ ਲਓ ਵੀ ਕਮਲ ਸਾਹਿਬ ਅਵਾਰਡ ਲੈਣਗੇ ਵੀ ਨਹੀਂ ਲੈਣਗੇ। ਕਰਤਾਰ ਸਿੰਘ ਦੁੱਗਲ ਹੁਣੀ ਕਨਵੀਨਰ ਸੀ। ਦੁੱਗਲ ਹੋਰਾਂ ਨੇ ਕਮਲ ਨੂੰ ਫੋਨ ਕੀਤਾ, ਕਮਲ ਸਾਹਿਬ ਤੁਹਾਡੇ ਵਾਸਤੇ ਨਾਵਲ 'ਤੇ ਅਸੀਂ ਇਸ ਸਾਲ ਸਾਹਿਤ ਅਕਾਡਮੀ ਅਵਾਰਡ ਦੇਣ ਦਾ ਫੈਸਲਾ ਕੀਤਾ, ਤੁਸੀਂ ਲਓਗੇ? ਕਮਲ ਹੋਰਾਂ ਹਾਂ ਕਰਤੀ। ਹਾਂ ਕਰਨ ਤੋਂ ਬਾਅਦ ਹੀ ਉਸ ਅਵਾਰਡ ਬਾਰੇ ਸਰਕਾਰੀ ਤੌਰ 'ਤੇ ਐਲਾਨ ਹੋਇਆ। ਸਭ ਤੋਂ ਵਧੀਆ ਇੰਟਰਵਿਊ ਰਹੀ, ਮਤਲਬ ਇੰਟਰਵਿਊ ਤਾਂ ਸਾਰੀਆਂ ਵਧੀਆ, ਪਰ ਜਿਹਦੇ ਬਾਰੇ ਮੈਨੂੰ ਫਕਰ ਆ ਵੀ ਸਤਿੰਦਰ ਸਿੰਘ ਦੂਰ, ਜਿਹਨੂੰ ਕਿਹਾ ਜਾਂਦਾ ਵੀ ਬੜਾ ਸ਼ਾਤਰ ਬੰਦਾ ਸੀ, ਉਹ ਬੰਦਾ ਬਾਰੇ ਸਵਾਲ ਕੀਤਾ। ਉਹਨੇ ਇੱਕ ਵਾਰੀ ਨਾ ਕਿ ਕਹਿੰਦਾ ਮੈਂ ਦਊਂਗਾ ਜਵਾਬ, ਸਵਾਲ ਕਰਨਾ ਤੇਰਾ ਹੱਕ ਹੈ, ਜਵਾਬ ਦੇਣਾ ਮੇਰਾ ਹੱਕ ਹੈ। ਕੀ ਬਾਤ ਹੈ, ਕੀ ਬਾਤ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲੇ ਬੈਠ ਕੇ ਮੈਂ ਸਵਾਲ ਵੀ ਲੋਕ ਕਹਿੰਦੇ ਆ ਵੀ ਤੁਸੀਂ ਭਾਈ ਸਾਹਿਤ ਅਕਾਡਮੀ ਦੇ ਕਰਤਾ ਧਰਤੋ ਆ ਤੇ ਤੁਸੀਂ ਨਾਮ ਦਵਾਈ ਦੇਣਾ। ਅੱਛਾ, ਇਹ ਸਵਾਲ ਸੀ। ਅੱਛਾ, ਤੇ ਨਾਮ ਦਵਾ ਵੀ ਦਿੱਤਾ ਬਾਅਦ ਚ। ਮਸਲਾ ਬੜਾ ਗੁੰਝਲਦਾਰ ਹੈ। ਖੇਤਰੀ ਭਾਸ਼ਾਵਾਂ ਵਿੱਚ ਜਿੰਨੇ ਇਨਾਮ ਸਨਮਾਨ ਮਿਲਦੇ ਆ, ਭਾਵੇਂ ਉਹ ਕਿਸੇ ਸਟੇਟ ਦਾ ਹੋਵੇ ਜਾਂ ਭਾਰਤੀ ਸਾਹਿਤ ਅਕਾਦਮੀ ਵਰਗੇ ਕਿਸੇ ਅਦਾਰੇ ਦਾ ਹੋਵੇ, ਹਰ ਵਾਰ ਇੱਕ ਨਵੀਂ ਜਿਹੜੀ ਵਿਚਾਰ ਚਰਚਾ ਜਿਹੜੀ ਆ ਇਹਨਾਂ ਇਨਾਮਾਂ ਸਨਮਾਨਾਂ ਬਾਰੇ ਛਿੜਦੀ ਆ। ਕਈ ਵਾਰੀ ਬਹੁਤ ਨਕਾਰਾਤਮਕ ਹੁੰਦੀ ਹੈ ਅਤੇ ਬਹੁਤ ਵਾਰੀ ਸਕਾਰਾਤਮਕ ਵੀ ਹੁੰਦੀ ਹੈ। ਸੋ ਮੈਂ ਇਨਾਮਾਂ ਸਨਮਾਨਾਂ ਨੂੰ ਇਸ ਕਰਕੇ ਨਾ ਤਾਂ ਮੂਲੋਂ ਰੱਦ ਕਰਦਾ ਅਤੇ ਨਾ ਹੀ ਬਹੁਤਾ ਉਤਸ਼ਾਹਿਤ ਕਰਦਾ।
ਰੱਦ ਇਸ ਕਰਕੇ ਨਹੀਂ ਕਰਦਾ ਕਿ ਲੇਖਕ ਜਿਹੜਾ ਹੈ ਉਹਦੀ ਸਮਾਜ ਵਿੱਚ ਵਿਸ਼ੇਸ਼ ਥਾਂ ਆ। ਜੇ ਉਹ ਆਪਣੀ ਕਿਰਤ ਦੇ, ਆਪਣੀ ਲਿਖਤ ਦੇ ਕਾਰਨ ਕਿਤੇ ਸਨਮਾਨਿਆ ਜਾਂਦਾ ਆ, ਉਹਨੂੰ ਕੋਈ ਸਰਪ੍ਰਸਤੀ ਸਰਕਾਰੀ ਪੱਧਰ 'ਤੇ ਮਿਲਦੀ ਆ, ਜਿਹਦੇ 'ਚ ਉਹਦੀ ਆਪਣੀ ਭਾਵਨਾ ਠੀਕ ਹੋਵੇ, ਉਹ ਕਿਸੇ ਨਾ ਕਿਸੇ ਕੁਰਸੀ, ਕਿਸੇ ਰਾਜ ਸੱਤਾ ਦਾ ਪਿਆਦਾ ਨਾ ਹੋਵੇ, ਉਹਦੇ ਆਪਣੇ ਵਿਚਾਰਾਂ ਨੂੰ ਕਿਤੇ ਛਾਂਗਣਾ ਨਾ ਪੈਂਦਾ ਹੋਵੇ ਉਹਨੂੰ, ਤੇ ਜੋ ਮਿਲਦਾ ਹੋਵੇ ਤਾਂ ਉਹ ਲੈ ਲੈਣਾ ਚਾਹੀਦਾ। ਪਰ ਜਿਹੜੀ ਚੋਣ ਪ੍ਰਕਿਰਿਆ ਆ, ਇਹ ਜ਼ਰੂਰ ਪਾਰਦਰਸ਼ੀ ਹੋਣੀ ਚਾਹੀਦੀ ਆ। ਚੋਣ ਪ੍ਰਕਿਰਿਆ ਨਾਲ ਜੁੜੇ ਹੋਏ ਬੰਦੇ ਜਿਹੜੇ ਆ, ਉਹਨਾਂ ਬਾਰੇ ਕਿਸੇ ਦੇ ਮਨ 'ਚ ਕੋਈ ਭਰਮਤ ਵਿਚਾਰ ਨਹੀਂ ਹੋਣਾ ਚਾਹੀਦਾ। ਪਰ ਪੰਜਾਬੀ ਦੀ ਨਹੀਂ, ਸਮੁੱਚੀਆਂ ਭਾਰਤੀ ਭਾਸ਼ਾਵਾਂ ਜਾਂ ਖੇਤਰੀ ਭਾਸ਼ਾਵਾਂ ਦੀ ਵੱਧ ਕਿਸਮਤੀ ਆ। ਲੋਕ ਜਿਹੜੇ ਆ ਉਹ ਬਹੁਤ ਵਾਰ ਵੱਡੇ ਇਨਾਮਾਂ ਦੀ ਚੋਣ ਪ੍ਰਕਿਰਿਆ ਨਾਲ ਜੁੜੇ ਹੁੰਦੇ ਆ। ਉਹ ਕਈ ਵਾਰੀ ਅਗੇਤੇ ਦਾਅਵੇ ਕਰ ਦਿੰਦੇ ਆ, ਆਪਣੇ ਦਮਗਜ਼ੇ ਮਾਰ ਦਿੰਦੇ ਆ ਵੀ ਇਸ ਵਾਰ ਅਸੀਂ ਇਹਨਾਂ ਬੰਦਿਆਂ ਨੂੰ ਇਹਨਾਂ ਸੰਰਚਨਾ ਹੁੰਦੇ ਨਾ। ਉਦੋਂ ਇਨਾਮ ਲੈਣ ਵਾਲਾ ਵੀ ਅਤੇ ਇਨਾਮ ਦੇਣ ਵਾਲਾ ਦੋਨੇ ਜਿਹੜੇ ਆ ਉਹ ਇੱਕ ਤਰ੍ਹਾਂ ਦੋਸ਼ੀ ਮਹਿਸੂਸ ਹੁੰਦੇ ਆ ਆਪਣੇ ਆਪ ਨੂੰ। ਸੋ ਜੇ ਚੰਗੀ ਕਿਤਾਬ ਨੂੰ, ਚੰਗੀ ਲਿਖਤ ਨੂੰ, ਚੰਗੇ ਲੇਖਕ ਨੂੰ ਇਨਾਮ ਨਹੀਂ ਵੀ ਮਿਲਦਾ, ਤਦ ਵੀ ਮੈਨੂੰ ਲੱਗਦਾ ਵੀ ਉਹਦਾ ਕੋਈ ਕੱਦ ਜਿਹੜਾ ਉਹ ਘੱਟ ਨਹੀਂ ਜਾਂਦਾ। ਦਵਿੰਦਰ ਸਤਿਆਰਥੀ ਵਰਗਾ ਵੱਡਾ ਲੇਖਕ ਜਾਂ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਵਰਗਾ ਵੱਡਾ ਲੇਖਕ ਜਿਹੜਾ, ਇਹਨਾਂ ਦੋਨਾਂ ਲੇਖਕਾਂ ਨੂੰ ਹੋਰ ਵੀ ਕਈ ਨਾਂ ਜੋੜੇ ਜਾ ਸਕਦੇ ਆ। ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਨਹੀਂ ਮਿਲਿਆ, ਪਰ ਪੰਜਾਬੀ ਜਨਮਾਨਸ ਵਿੱਚ, ਪੰਜਾਬੀ ਪੜ੍ਹਨ ਵਾਲਿਆਂ ਵਿੱਚ ਇਹਨਾਂ ਦੋਹਾਂ ਵੱਡੇ ਲੇਖਕਾਂ ਜਾਂ ਇਸ ਵਰਗੇ ਹੋਰ ਲੇਖਕਾਂ ਦੀ ਜਿਹੜੀ ਪਛਾਣ ਆ ਉਹ ਫਿੱਕੀ ਨਹੀਂ ਪਈ, ਉਹ ਗੂੜੀ ਹੋਈ ਹੈ। ਸੋ ਚੋਣ ਪ੍ਰਕਿਰਿਆ ਜਿਹੜੀ ਹੈ, ਜੇ ਚੋਣ ਪ੍ਰਕਿਰਿਆ 'ਤੇ ਸਵਾਲੀਆ ਨਿਸ਼ਾਨ ਲੱਗਣ, ਜੇ ਲੇਖਕ ਦੀ ਲਿਖਤ 'ਤੇ ਸਵਾਲੀਆ ਨਿਸ਼ਾਨ ਲੱਗਣ, ਚੋਣ ਕਮੇਟੀ ਵਾਲੇ ਬੰਦਿਆਂ 'ਤੇ ਕੋਈ ਸਵਾਲੀਆ ਨਿਸ਼ਾਨ ਲੱਗਣ, ਅਤੇ ਇਨਾਮ ਜਿਹੜਾ ਆ ਉਹ ਦੂਸ਼ਿਤ ਹੋ ਜਾਂਦਾ ਆ। ਸੋ ਇਹੋ ਜਿਹੇ ਦੂਸ਼ਿਤ ਇਨਾਮ ਜਦੋਂ ਵੀ ਕਦੇ ਮਿਲੇ ਆ, ਉਹ ਲੇਖਕ ਦੀ ਅਤੇ ਉਸ ਕਮੇਟੀ ਦੀ ਬਦਨਾਮੀ ਦਾ ਕਾਰਨ ਬਣਿਆ। ਕਈ ਵਾਰ ਲੇਖਕ ਨੂੰ ਆਪ ਵੀ ਪਤਾ ਹੁੰਦਾ ਵੀ ਉਹ ਜਿਹੜਾ ਇਸ ਦਾ ਦਾਅਵਾ ਨਹੀਂ ਸੀ, ਉਹਨੂੰ ਮਿਲ ਨਹੀਂ ਸੀ ਸਕਦਾ, ਉਹਨੇ ਕਿਸੇ ਦਾ ਹੱਕ ਮਾਰ ਕੇ ਲਿਆ। ਪਰ ਜਿਹੜੀ ਬਾਹਰਲੀ ਉਹਦੀ ਭੁੱਖ ਹੈ, ਸ਼ੋਹਰਤ ਹੈ, ਉਹ ਉਹਨੂੰ ਕਈ ਵਾਰੀ ਲੈਣ ਲਈ ਮਜਬੂਰ ਕਰਦੀ ਹੈ। ਤਾਂ ਲੇਖਕ ਨੂੰ ਇਹੋ ਜਿਹੀ ਸ਼ੋਹਰਤ ਤੋਂ ਬਚਣਾ ਚਾਹੀਦਾ। ਦੀ ਗੱਲ ਆਉਂਦਾ ਸੀਗਾ ਜੋ ਉਹਦਾ ਵਿਧਾਨ ਕਿਤਾਬ ਨੋਮੀਨੇਟ ਕਰਨ ਦਾ ਕੀਤੀ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਬਹੁਤ ਉਹਨਾਂ ਦਾ ਸੀਕ੍ਰੇਸੀ 'ਚ ਚੱਲਦਾ ਸਾਰਾ ਕੁਛ, ਜੱਜ ਜਿਊਰੀ ਮੈਂਬਰ ਕਿਹੜੇ ਨੇ, ਕਿਵੇਂ ਕਿੱਦਾਂ, ਲਾਸਟ ਤੱਕ ਜਦੋਂ ਤੁਹਾਨੂੰ ਕਾਲ ਕਰਕੇ ਖੁਦ ਦੱਸਦੇ ਨੇ, ਉਦੋਂ ਤੁਹਾਡਾ ਪ੍ਰੋਸੈਸ ਸਟਾਰਟ ਹੁੰਦਾ ਕੈਨੇਡਾ ਲਿਜਾਣ ਲਈ ਤੁਹਾਨੂੰ ਵੀਜ਼ੇ ਵਗੈਰਾ ਦਾ, ਅਤੇ ਉਸ ਤੋਂ ਬਾਅਦ ਉਹ ਪਬਲਿਕਲੀ ਡਿਕਲੇਅਰ ਕਰਦੇ ਨੇ। ਇਨ ਬਿਟਵੀਨ ਤੁਹਾਨੂੰ ਪਤਾ ਲੱਗ ਜਾਂਦਾ ਉਦੋਂ ਮਹੀਨਾ ਕੁ ਪਹਿਲਾਂ। ਤਾਂ ਮੈਨੂੰ ਮਹੀਨਾ ਪਹਿਲਾਂ ਜਦੋਂ ਟਾਹਾ ਕਮੇਟੀ ਦੇ ਚੇਅਰਪਰਸਨ ਦਾ ਫੋਨ ਆਉਂਦਾ, ਤਾਂ ਉਹ ਦੱਸਦੇ ਨੇ ਕਿ ਤੈਨੂੰ ਇਨਾਮ ਦਿੱਤਾ ਜਾ ਰਿਹਾ, ਉਸ ਤੋਂ ਬਿਨਾਂ ਨਹੀਂ। ਜੇ ਜਗਾੜ ਦੀ ਗੱਲ ਆ, ਮਤਲਬ ਤਾਂ ਜੇ ਜਗਾੜ ਲੱਗਦਾ ਹੁੰਦਾ ਤਾਂ ਮੈਂ ਯਕੀਨਨ 2.5 ਲੱਖ ਰੁਪਈਆ ਨਾ ਲੈਂਦਾ, ਮੈਂ 12, 13, 14 ਲੱਖ ਰੁਪਈਆ ਲੈਂਦਾ। ਉਹਨਾਂ ਨੂੰ ਵੀ ਪਤਾ ਵੀ ਇਹਨੂੰ ਪੈਸੇ ਚਾਹੀਦੇ ਆ, 12, 14 ਲੱਖ ਰੁਪਈਆ ਦਿੰਦੇ ਹੋ ਮੈਨੂੰ। 2.5 ਲੱਖ ਰੁਪਈਆ ਲੈ ਕੇ ਮੈਂ ਕੀ ਕਰਨਾ ਸੀ। ਉਸ ਤੋਂ ਬਾਅਦ 5 ਲੱਖ ਹੋ ਗਿਆ ਉਹਦਾ, ਉਦੋਂ ਮੇਰੇ ਵਾਰੀ 2.5 ਲੱਖ ਸੀਗਾ। ਤਾਂ ਮੈਨੂੰ ਸੱਚੀ ਗੱਲ ਆ ਵੀ ਉਹ 12, 13, 14 ਲੱਖ ਰੁਪਈਆ ਦਵਾਉਂਦੇ ਜੇ ਉਹ ਦਵਾ ਸਕਦੇ ਹੁੰਦੇ, ਠੀਕ ਆ। ਉਹ ਇੰਜ ਨਹੀਂ ਸੀ ਹੋਇਆ। ਔਰ ਜ਼ਰੂਰੀ ਨਹੀਂ ਹੁੰਦਾ ਹੋਵੇ, ਜਿੰਨਾ ਢਾਹਾਂ ਨੂੰ ਮੈਂ ਜਾਣਦਾ ਜਾਂ ਉਹਦੇ ਪ੍ਰੋਸੈਸ ਨੂੰ ਜਾਣਦਾ, ਉਹਦੇ 'ਚ ਬਹੁਤ ਸਾਰਾ ਕੁਝ ਸੀਕ੍ਰੇਸੀ 'ਚ ਰੱਖਿਆ ਜਾਂਦਾ। ਕਈ ਵਾਰ ਕਈ ਚੀਜ਼ਾਂ, ਹੁਣ ਬਹੁਤ ਵਾਰ ਇਹ ਹੁੰਦਾ ਵੀ ਜਿਊਰੀ ਮੈਂਬਰ ਜਿਹੜੇ ਆ, ਜਿਊਰੀ ਮੈਂਬਰਸ ਨੂੰ ਬੜੀ ਤਰ੍ਹਾਂ ਦੀਆਂ ਹਦਾਇਤਾਂ ਹੁੰਦੀਆਂ ਨਾ, ਤੁਸੀਂ ਕਿਸੇ ਨਾਲ ਗੱਲ ਨਹੀਂ, ਸਾਰੀਆਂ ਗੱਲਾਂ ਕਿਵੇਂ ਕੀ ਪ੍ਰੋਸੈਸ ਆ ਇਹ। ਔਰ 3 ਤਰ੍ਹਾਂ ਦੀਆਂ 3 ਕਮੇਟੀਆਂ ਬਣਾਉਂਦੇ ਨੇ, ਉਹਨਾਂ 3 ਕਮੇਟੀਆਂ ਨੂੰ ਇੱਕ ਦੂਜੇ ਦਾ ਪਤਾ ਨਹੀਂ ਹੁੰਦਾ। ਹੁਣ ਉਹਦੇ ਵਿੱਚੋਂ ਹੀ ਕੋਈ ਮਿੱਤਰ ਉੱਠ ਕੇ ਕਹਿ ਦੇ ਵੀ ਇੱਦਾਂ ਕਰ ਦਿਓ, ਕਹਿਣ ਨੂੰ ਤਾਂ ਫਿਰ ਕੁਛ ਵੀ, ਪਰ ਘੱਟੋ ਘੱਟ ਮੈਨੂੰ ਜਿਹੜੇ ਮਿਲੇ ਆ ਵੀ ਮੈਂ ਲੈ ਨਹੀਂ ਗਏ, ਉਹਨਾਂ ਨੇ ਦਿੱਤੇ ਆ। ਹਾਂ, ਇਹ ਵੱਖਰੀ ਗੱਲ ਆ, ਮੈਂ ਕਿੰਨਾ ਡਿਜ਼ਰਵਿੰਗ ਸੀਗਾ। ਜਦੋਂ ਆਪਾਂ ਇਸ ਦੌਰ ਦੇ ਵਿੱਚ ਇਸ ਇਨਾਮ ਸਨਮਾਨਾਂ ਦੀ ਵੱਡੀ ਲੜੀ ਨੂੰ, ਜਿਹੜੇ ਬਹੁਤ ਵਕਾਰੀ ਦੇਸ਼ ਦੇ ਜਿਹੜੇ ਆਪਾਂ ਕਹਿ ਸਕਦੇ ਕਿ ਸਿਰੇ ਦੇ ਇਨਾਮ ਸਨਮਾਨ ਨੇ, ਜਦੋਂ ਉਹਨਾਂ ਨੂੰ ਰੱਖ ਕੇ ਵੇਖਦੇ ਹਾਂ ਤਾਂ ਇਹ ਹਰ ਵਾਰੀ ਲਗਭਗ ਵਾਪਰਦਾ ਹੈ ਕਿ ਜਦੋਂ ਵੀ ਇਨਾਮ ਸਨਮਾਨ ਅਨਾਉਂਸ ਹੁੰਦੇ ਨੇ, ਉਹ ਚਾਹੇ ਕਿਸੇ ਵੀ ਕਿਸ ਕੱਦ ਲੈਵਲ ਦੇ ਲੇਖਕ ਦਾ ਕਿਉਂ ਨਾ ਅਨਾਉਂਸ ਹੋਇਆ ਹੋਵੇ, ਹਰ ਵਾਰੀ ਕੋਈ ਨਾ ਕੋਈ ਆਪਾ ਵਿਰੋਧੀ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਉਹਦੇ ਪਿੱਛੇ ਕੀ ਕਾਰਨ ਨੇ? ਜਿਊਰੀ ਦੀਆਂ ਆਪਣੀਆਂ ਸਮੱਸਿਆਵਾਂ ਹੋ ਸਕਦੀਆਂ ਨੇ, ਅਦਾਰੇ ਦੀਆਂ ਆਪਣੀਆਂ ਸਮੱਸਿਆਵਾਂ ਹੋ ਸਕਦੀਆਂ ਨੇ, ਲੇਕਿਨ ਜੋ ਮੈਂ ਗੱਲ ਦਾ ਧਾਰਨੀ ਹੈ, ਜਦੋਂ ਮੇਰੇ ਉਸਤਾਦ ਕਹਾਣੀਕਾਰ ਭਾਰਤ ਤਲਵਿੰਦਰ ਕੋਲ ਜਦੋਂ ਕਦੀ ਦੋਸਤ ਮਿੱਤਰ ਬੈਠ ਕੇ ਇਹ ਗੱਲ ਕਦੀ ਸਾਂਝੀ ਕਰਦੇ ਸੀਗੇ, ਅਤੇ ਇਹ ਗੱਲ ਜ਼ਰੂਰ ਨਿਰਸੰਦੇਹ ਆਉਂਦੀ ਸੀ, ਜਿਹੜੀ ਅੱਜ ਵੀ ਮੇਰੇ
ਹਰ ਵਾਰੀ ਲਗਭਗ ਮੈਨੂੰ ਇਹ ਗੱਲ ਰਹਿੰਦੀ ਹੈ ਮੇਰੇ ਜ਼ਿਹਨ ਦੇ ਵਿੱਚ ਦੇ ਲਾਗੇ ਛਾਗੇ ਜਦੋਂ ਇਨਾਮਾਂ ਦੀ ਗੱਲ ਚੱਲਦੀ ਹੈ ਕਿ ਜਦੋਂ ਕੋਈ ਵੀ ਲੇਖਕ ਆਪਣੀ ਕੋਈ ਕਹਾਣੀ ਲਿਖ ਰਿਹਾ ਹੁੰਦਾ ਹੈ, ਕੋਈ ਆਪਣੀ ਨਜ਼ਮ ਲਿਖ ਰਿਹਾ ਹੁੰਦਾ ਹੈ, ਜਾਂ ਉਹ ਕਿਸੇ ਕਿਸਮ ਦੀ ਹੋਰ ਸਾਹਿਤਕ ਵਿਧਾ ਦੇ ਵਿੱਚ ਆਪਣੀ ਸਿਰਜਣ ਪ੍ਰਕਿਰਿਆ ਕਰ ਰਿਹਾ ਹੁੰਦਾ ਹੈ, ਤੇ ਕਦੀ ਵੀ ਲਿਖਣ ਵਾਲਾ ਇਹ ਸੋਚ ਕੇ ਨਹੀਂ ਲਿਖਦਾ ਕਿ ਉਹ ਇਹ ਰਚਨਾ ਜਿਹੜੀ ਹੈ ਇਹ ਐਸ ਸਨਮਾਨ ਹਿੱਤ ਜਾਣੀ ਹੈ, ਇਹਨੂੰ ਮੈਂ ਇਸ ਤਰੀਕੇ ਨਾਲ ਲਿਖਾਂਗਾ, ਸ਼ਾਇਦ ਜੀਰੇ ਨੂੰ ਜਲਦੀ ਪਸੰਦ ਆਏਗੀ। ਮੈਨੂੰ ਨਹੀਂ ਲੱਗਦਾ ਕਿ ਲਿਖਣ ਵਾਲਾ ਕੋਈ ਵੀ ਆਦਮੀ ਜਿਹੜਾ ਉਹ ਇਸ ਢੰਗ ਦੇ ਨਾਲ ਆਪਣੀ ਰਚਨਾ ਮਿੱਥ ਕੇ ਲਿਖਦਾ ਹੈ ਕਿ ਇਸ ਵਾਰ ਇਹ ਸਾਹਿਤ ਅਕੈਡਮੀ ਦਾ ਇਹਨੇ ਇਨਾਮ ਜਿੱਤਣਾ ਹੈ, ਜਾਂ ਇਹਨੇ ਢਾਹਾਂ ਵਾਲਾ ਇਨਾਮ ਜਿੱਤਣਾ ਹੈ, ਜਾਂ ਇਹਨੇ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦਾ ਦਿੱਤਾ ਜਾਣ ਵਾਲੇ ਕੋਈ ਸਨਮਾਨ ਨੇ ਉਹ ਜਿੱਤਣਾ, ਜਾਂ ਸਾਡੀਆਂ ਸਾਹਿਤਕ ਸਭਾਵਾਂ ਜਾਂ ਹੋਰ ਵੱਡੇ ਅਦਾਰੇ ਜਿਹੜੇ ਆ ਇਨਾਮ ਸਨਮਾਨਾਂ ਦੀ ਲੜੀ ਜਿਹੜੇ ਆਪਣੀ ਚਲਾਉਂਦੇ ਆ, ਜਾਂ ਉਹ ਜਿੱਤਣਾ। ਇਸ ਤਰ੍ਹਾਂ ਦੀ ਲੇਖਕ ਲਿਖਣ ਵੇਲੇ ਕਦੀ ਵੀ ਇਹ ਗੱਲ ਨਹੀਂ ਉਹਦੇ ਦਿਮਾਗ 'ਚ ਆਉਂਦੀ। ਸਾਹਿਤਕਾਰੀ ਦੇ ਵਿੱਚ ਮੁਕਾਬਲੇਬਾਜ਼ੀ ਵਰਗੀ ਕੋਈ ਗੱਲ ਨਹੀਂ ਹੈ। ਹਰ ਬੰਦਾ ਆਪਣੀ ਰਚਨਾ ਲਿਖਣ ਵੇਲੇ, ਆਪਣੀ ਕਹਾਣੀ ਲਿਖਣ ਵੇਲੇ, ਆਪਣੀ ਨਜ਼ਮ ਲਿਖਣ ਵੇਲੇ ਉਹਨੂੰ ਬਹੁਤ ਸ਼ਿੰਗਾਰ ਕੇ, ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਨਵਾਲ ਧਵਾਲ ਕੇ ਤਿਆਰ ਕਰਕੇ ਸਕੂਲ ਪੜ੍ਹਨ ਤੋਰਦੀ ਹੈ, ਇੰਝ ਹੀ ਹਰ ਲੇਖਕ ਜਿਹੜਾ ਵਾ ਜਦੋਂ ਆਪਣੀ ਰਚਨਾ ਲਿਖਦਾ ਹੈ ਤੇ ਉਹ ਸਮਾਜ 'ਚ ਆਪਣੇ ਪਾਠਕਾਂ 'ਚ ਪੜ੍ਹਨ ਵਾਲੇ ਲੋਕਾਂ 'ਚ ਉਂਝ ਹੀ ਪਿਆਰ ਨਾਲ ਭੇਜਦਾ ਹੈ ਕਿ ਲੋਕੀ ਕੀ ਪਿਆਰ ਕਰਦੇ। ਪਰ ਸੱਚ ਇਸ ਗੱਲ ਲਈ ਸਾਡੀ ਜਿਹੜੀ ਵੱਡੀ ਤਸੱਲੀ ਹੈ ਕਿ ਸਾਡੇ ਮਾਣ ਸਨਮਾਨ ਜਿਹੜੇ ਚੰਗੇ ਲਿਖਣ ਵਾਲੇ ਨੇ, ਜਿਹੜੇ ਪੁਖਤਾ ਲਿਖਣ ਵਾਲੇ ਨੇ, ਉਹਨਾਂ ਦਾ ਸਭ ਤੋਂ ਵੱਡਾ ਮਾਣ ਸਨਮਾਨ ਉਹ ਲੋਕ ਨੇ ਜਦੋਂ ਉਹ ਪੜ੍ਹਦੇ ਨੇ ਤੇ ਤੁਹਾਡੀ ਰਚਨਾ ਬਾਰੇ ਤੁਹਾਨੂੰ ਫੋਨ ਕਰਕੇ, ਤੁਹਾਨੂੰ ਕਿਸੇ ਕਿਸਮ ਦੇ ਸੰਦੇਸ਼ ਦੇ ਕੇ, ਕਿਸੇ ਤਰੀਕੇ ਦੇ ਨਾਲ ਜਦੋਂ ਆਪਣੇ ਮਨ ਦੇ ਹਾਵ ਭਾਵ ਤੁਹਾਨੂੰ ਪਹੁੰਚਾਉਂਦੇ ਨੇ, ਤੇ ਸਾਡੇ ਲਈ ਸਭ ਤੋਂ ਵੱਡਾ ਮਾਣ ਸਨਮਾਨ ਉਸੇ ਗੱਲ ਦਾ ਹੀ ਹੁੰਦਾ ਹੈ। ਅੱਜ ਵੀ ਮੈਂ ਕਈ ਵਾਰੀ ਇਹ ਗੱਲ, ਕਿਉਂਕਿ ਮੇਰੇ ਸਾਰੇ ਮਿੱਤਰ ਆਪਾਂ ਲਿਖਣ ਪੜ੍ਹਨ ਵਾਲੇ ਆ, ਮੇਰੀ ਗੱਲ ਨਾਲ ਤੁਸੀਂ ਸਹਿਮਤ ਹੁੰਦੇ ਹੋਵੋਗੇ ਕਿ ਅੱਜ ਵੀ ਜਦੋਂ ਤੁਹਾਡੀ ਕਿਸੇ ਅਖਬਾਰ ਦੇ ਵਿੱਚ ਰਚਨਾ ਛਪਦੀ ਹੈ, ਜਦੋਂ ਕਿਸੇ ਚੰਗੇ ਮੈਗਜ਼ੀਨ ਦੇ ਵਿੱਚ ਰਚਨਾ ਛਪਦੀ ਹੈ, ਤੇ ਤੁਹਾਨੂੰ ਜਿਹੜੇ ਬੰਦੇ ਕਿਤੇ ਨਹੀਂ ਜਾਣਦੇ, ਦੇਸ਼ ਵਿਦੇਸ਼ ਤੋਂ ਕਦੀ ਸਵੇਰੇ ਤੁਹਾਡੀ ਉਹਨਾਂ ਦੀ ਫੋਨ ਕਾਲ ਤੁਹਾਨੂੰ ਜਗਾਉਂਦੀ ਹੈ, ਤੁਹਾਡੀ ਰਚਨਾ ਦੀਆਂ ਗੱਲਾਂ ਕਰਦੇ ਆ, ਤੇ ਮੈਨੂੰ ਨਹੀਂ ਲੱਗਦਾ ਕਿ ਉਦੋਂ ਦੁਨੀਆ ਦੇ ਜਿਹੜੇ ਕੋਈ ਬਾਕੀ ਦੇ ਇਨਾਮ ਸਨਮਾਨ ਹੈ ਉਸ ਗੱਲ ਦਾ ਕੋਈ ਮੁਕਾਬਲਾ ਕਰਦੇ ਹੋਣ। ਜਿਹੜੀ ਸਾਡੀ ਇਹ ਲਿਖਣ ਕਿਰਿਆ ਕਲਾ ਵਾ, ਜਿਹੜੀ ਸਾਡੇ ਹੱਥ 'ਚ ਹੈ, ਇਹ ਗੋਡ ਗਿਫਟ ਹੈ। ਇਹ ਕੋਈ ਇਹੋ ਜਿਹਾ ਸਕੂਲ ਨਹੀਂ ਹੈ ਜਿੱਥੋਂ ਦੇ ਪੜ੍ਹੇ ਜਿਹੜੇ ਲੇਖਕ ਨੇ ਉਹ ਬਹੁਤ ਨਾਮ ਸਨਮਾਨਾਂ ਦੇ ਹਾਣ ਦੀ ਗੱਲ ਕਰਦੇ ਨੇ, ਤੇ ਜਿਹੜੇ ਕੋਈ ਉਸ ਸਕੂਲ ਦੇ ਪੜ੍ਹੇ ਹੈ ਉਹ ਇਹੋ ਜਿਹੀ ਨਹੀਂ ਗੱਲ ਕਰਦੇ। ਇਹ ਤੁਹਾਡੇ ਕੋਲ ਉਸ, ਮੈਂ ਸਮਝਦਾ ਕਿ ਗੋਡ ਗਿਫਟ ਹੈ ਜੋ ਤੁਸੀਂ ਲਿਖਦੇ ਹੋ। ਤੁਹਾਡੇ ਕੋਲ ਵੇਲੇ ਸਿਰ ਭਾਸ਼ਾ ਦੇ ਸ਼ਬਦ ਸਾਡੇ ਕੋਲ ਲੋੜਦੇ ਨੇ, ਵੇਲੇ ਸਿਰ ਉਹ ਘਟਨਾਵਾਂ ਅੰਗ ਸੰਗ ਲਾਗੇ ਚਾਗੇ ਆਉਂਦੀਆਂ ਨੇ, ਤੇ ਫਿਰ ਉਹ ਰਚਨਾ ਜਿਹੜੀ ਹੈ ਚੰਗਾ ਰੂਪ ਜਿਹੜਾ ਉਹ ਅਖਤਿਆਰ ਕਰਦੀ ਹੈ। ਨਾਮ ਸਨਮਾਨ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਵੱਡੀ ਗੱਲ ਤੁਹਾਡੀ ਲਿਖੀ ਗਈ ਰਚਨਾ ਦੀ ਹੁੰਦੀ ਹੈ। ਪਰ ਇਹ ਗੱਲ ਕਦੀ ਨਾ ਕਰੀਏ ਕਿ ਮੈਂ ਕਈ ਵਾਰ ਦੇਖਦਾ ਹੁੰਦਾ ਇਸ ਗੱਲੋਂ ਹੈਰਾਨ ਵੀ ਹੁੰਦੇ ਆਪਾਂ, ਚੰਗੇ ਲਿਖਣ ਵਾਲੇ ਲੋਕ ਜਿਹੜੇ ਆ ਉਹ ਆਪਣੀਆਂ ਕਿਤਾਬ ਜਦੋਂ ਉਹਨਾਂ ਨੇ ਕਦੀ ਇਨਾਮ ਸਨਮਾਨ ਦੀ ਲੜੀ 'ਚ ਭੇਜਣੀ ਹੁੰਦੀ ਹੈ, ਤੇ ਉਹ ਫਿਰ ਆਸੇ-ਪਾਸੇ ਦੇਖਦੇ ਆ ਕਿ ਇਸ ਵਾਰ ਹੋਰ ਕਿਹੜਾ ਲੇਖਕ ਹੈ ਜਿਹੜਾ ਇਨਾਮ ਸਨਮਾਨ ਲਈ ਆਪਣੀ ਕਿਤਾਬ ਭੇਜ ਰਿਹਾ, ਉਹ ਮੇਰੇ ਮੁਕਾਬਲੇ ਕਿੱਥੇ ਖੜਦਾ ਹੈ, ਮੇਰੀ ਕਿਤਾਬ ਨੂੰ ਉਹ ਕਿੰਨੀ ਕੁ ਟੱਕਰ ਦਿੰਦਾ ਹੈ। ਕਈ ਵਾਰੀ ਫਿਰ ਕਈ ਲੇਖਕਾਂ ਨੂੰ ਤਾਂ ਮੈਂ ਐਸਿਆਂ ਨੂੰ ਵੀ ਜਾਣਨਾ ਹੈ ਕਿ ਜਿਹੜੇ ਫਿਰ ਉਹ ਆਪਣਾ ਕਈ ਵਾਰੀ ਉੱਥੋਂ ਉਹ ਰੋਕ ਕੇ ਆਪਣੀ ਕਿਤਾਬ ਦਾ ਜਿਹੜਾ ਛਪਣ ਸਾਲ ਹੈ ਜਿਹੜਾ ਉਹ ਅਗਲੇ ਸਾਲ 'ਚ ਪਾਉਂਦੇ ਆ ਕਿ ਆਪਾਂ ਇਹ ਕਿਤਾਬ ਅਗਲੇ ਸਾਲ ਭੇਜ ਦਿਆਂਗੇ, ਇਸ ਵਾਰ ਫਲਾਣੇ ਦੀ ਜਿਹੜੀ ਕਿਤਾਬ ਹੈ ਉਹ ਉਸ ਲੜੀ 'ਚ ਹੈ, ਅਤੇ ਕਿਤੇ ਹੋ ਸਕਦਾ ਮੇਰੀ ਪਿੱਛੇ ਨਾ ਰਹੇ। ਜਾਂ ਫਿਰ ਕਈ ਵਾਰੀ ਮੇਰੇ ਉਹ ਵੀ ਮਿੱਤਰ ਨੇ, ਸਾਡੇ ਸਤਿਕਾਰਤ ਲੋਕ ਨੇ, ਜਿਹੜੇ ਜੂਰੀ ਤੀਕਰ ਇਹ ਲੱਭਣ ਦੀ ਕੋਸ਼ਿਸ਼ ਲੱਗੇ ਰਹਿੰਦੇ ਆ ਕਿ ਇਸ ਵਾਰ ਜੂਰੀ ਮੈਂਬਰ ਕੌਣ ਨੇ, ਇਹ ਕਿੱਥੇ ਤੱਕ ਕਿਤਾਬਾਂ ਜਾਣੀਆਂ ਨੇ। ਸਾਨੂੰ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ। ਇਹਦੇ ਤੋਂ ਬਗੈਰ ਸਗੋਂ ਮੈਂ ਤਾਂ ਇਸ ਗੱਲ ਦਾ ਧਾਰਨੀ ਹੈ ਕਿ ਚੰਗਾ ਲਿਖਣ ਲਈ, ਚੰਗਾ ਪੜ੍ਹਨ ਲਈ ਸਾਨੂੰ ਉੱਧਰ ਧਿਆਨ ਦੇਣਾ ਚਾਹੀਦਾ। ਇਹ ਇਨਾਮਾਂ ਸਨਮਾਨਾਂ ਦੀਆਂ ਜਿਹੜੀਆਂ ਬਹੁਤ ਛੋਟੀਆਂ ਗੱਲਾਂ ਨੇ, ਬਹੁਤ ਹੇਠਲੀਆਂ ਗੱਲਾਂ ਨੇ, ਇਨਾਮ ਦੇ ਸਨਮਾਨ ਦੇ ਨਾਲ ਸਾਡੀ ਲਿਖਣ ਪ੍ਰਕਿਰਿਆ 'ਚ ਕਿਤੇ ਸਟੋਪੇਜ ਨਹੀਂ ਲੱਗ ਜਾਂਦਾ। ਲੇਕਿਨ ਜਿਹੜੀਆਂ ਤੁਸੀਂ ਨਿੱਤ ਨਵੀਂ ਚੀਜ਼ ਲਿਖਦੇ ਹੋ, ਉਹਦਾ ਕੱਦ ਅੱਗੇ ਨਾਲੋਂ ਵੱਡਾ ਕਰਦੇ ਹੋ, ਅਤੇ ਮੇਰਾ ਖਿਆਲ ਹੈ ਕਿ ਉਹ ਜਦੋਂ ਚਾਹੁਣ ਵਾਲੇ ਤੁਹਾਨੂੰ ਪਿਆਰ ਕਰਦੇ ਨੇ, ਤੁਹਾਡੇ ਲੋਕ ਤੁਹਾਨੂੰ ਫੋਨ ਕਰਕੇ ਤੁਹਾਡੀ ਅਗਲੀ ਰਚਨਾ ਦੀ ਮੰਗ ਕਰਦੇ ਨੇ, ਅਤੇ ਸਾਨੂੰ ਸਮਝਣਾ ਚਾਹੀਦਾ ਕਿ ਸਾਡੇ ਇਨਾਮ ਸਨਮਾਨ ਜਿਹੜੇ ਆ ਉਹ ਇਹਦੋਂ ਵੱਧ ਨਹੀਂ ਹੋ ਸਕਦੇ। ਬਾਬੇ ਨਜ਼ਮੀ ਹੋਰਾਂ ਦੀਆਂ 2 ਲਾਈਨਾਂ ਦੇ ਨਾਲ ਮੈਂ ਆਪਣੀ ਗੱਲ ਜਿਹੜੀ ਆ ਉਹਨੂੰ ਇੱਥੇ ਹੀ ਵਿਸ਼ਰਾਮ ਦੇਵਾਂ ਕਿ ਮੰਜ਼ਿਲ ਦੇ ਮੱਥੇ ਦੇ ਉੱਤੇ ਹੈ ਤਖਤੀ ਲੱਗਦੀ ਉਹਨਾਂ ਦੀ,
ਘਰੋਂ ਬਣਾ ਕੇ ਤੁਰਦੇ ਜਿਹੜੇ ਨਕਸ਼ਾ ਆਪਣੇ ਸਫ਼ਰਾਂ ਦਾ, ਜਿਹੜੇ ਸਫ਼ਰ ਆਪਾਂ ਸਾਹਿਤਕ ਖੇਤਰ 'ਚ ਆਰੰਭ ਕੀਤੇ ਆ, ਇਨਾਮ ਸਨਮਾਨ ਉਹਨਾਂ ਦਾ ਕੋਈ ਪੁਆਇੰਟ ਨਹੀਂ ਹੈ। ਇਨਾਮਾਂ ਸਨਮਾਨਾਂ ਦੀ ਸਿਆਸਤ ਜਿਹੜੀ ਹੈ ਉਹ ਕਿਸ ਪੱਧਰ 'ਤੇ ਵੀ ਹੁੰਦੀ ਹੋਵੇ, ਸਭ ਤੋਂ ਪਹਿਲਾਂ ਉਹਦੀ ਨਿਖੇਧੀ ਕਰਕੇ ਤੇ ਆਪਣੀਆਂ ਜਿਹੜੀਆਂ ਸਾਡੀ ਲਿਖਣ ਕਾਰਜ ਹੈ ਅਸੀਂ ਉਧਰ ਧਿਆਨ ਕਰਕੇ ਤੇ ਆਪਣੀ ਲਿਖਤ ਨੂੰ ਜਿਹੜਾ ਵਾ ਉਹ ਲੋਕਾਂ ਤੱਕ ਪਹੁੰਚਾਈਏ। ਐਤਕੀ ਵੀ ਜਦੋਂ ਉਹ ਨਾਮ ਇੱਕ ਨੌਜਵਾਨ ਮੁੰਡੇ ਨੂੰ ਦਿੱਤਾ ਗਿਆ ਤਾਂ ਉਹਦੀ ਵੀ ਫਿਰ ਚਰਚਾ ਹੋਈ, ਜਾਂ ਪਿਛਲੇ ਸਮੇਂ ਦੇ ਵਿੱਚ ਪੰਜਾਬੀ ਨੌਜਵਾਨ ਪੁਰਸਕਾਰ ਮਿਲਿਆ ਉਹਦੀ ਚਰਚਾ ਹੋਈ। ਚਰਚਾ ਕਿਉਂ ਹੁੰਦੀ ਹੈ? ਮੈਨੂੰ ਯਾਦ ਆ ਵੀ ਇਹ ਰਾਮ ਸਰੂਪ ਅਣਖੀ ਜੀ ਨੂੰ ਜਦੋਂ ਪੰਜਾਬੀ ਸਾਹਿਤ ਸਭਾ ਸਮਰਾਲਾ ਵਾਲਿਆਂ ਨੇ 1 ਰੁਪਿਆ ਲਿਫਾਫੇ 'ਚ ਪਾ ਕੇ ਉਹਨਾਂ ਨੂੰ ਇਨਾਮ ਦਿੱਤਾ ਸੀ ਤਾਂ ਉਹਨਾਂ ਨੂੰ ਇਹ ਆਖਿਆ ਗਿਆ ਸੀ ਵੀ ਤੁਸੀਂ ਇਹ ਲਿਫਾਫਾ ਘਰੇ ਜਾ ਕੇ ਖੋਲ੍ਹਣਾ। ਤੇ ਉਹਨਾਂ ਨੇ ਜਦੋਂ ਉਹ ਲਿਫਾਫਾ ਘਰੇ ਜਾ ਕੇ ਖੋਲ੍ਹਿਆ ਸੀ ਤੇ ਉਹਨਾਂ ਨੇ 1 ਰੁਪਈਏ ਦੇ ਨਾਲ ਇੱਕ ਉਹਨਾਂ ਨੇ ਆਪਣੀ ਸਾਹਿਤ ਸਭਾ ਵੱਲੋਂ ਇਹ ਲਿਖ ਕੇ ਦਿੱਤਾ ਸੀ ਕਿ ਰਾਮ ਸਰੂਪ ਅਣਖੀ ਜੀ, ਅਸੀਂ ਤੁਹਾਨੂੰ ਪੰਜਾਬੀ ਦਾ ਸਭ ਤੋਂ ਵੱਡਾ ਕਹਾਣੀਕਾਰ ਮੰਨਦੇ ਹਾਂ। ਤੇ ਅਣਖੀ ਸਾਹਿਬ ਨੇ ਆਪਣੀ ਸਵੈ ਜੀਵਨੀ ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਅਵਾਰਡ ਦੇ ਇਨਾਮ ਨਾਲੋਂ ਉਹ ਸਮਰਾਲਾ ਸਾਹਿਤ ਸਭਾ ਦੇ ਇਨਾਮ ਦੀ ਚਰਚਾ ਵਧੇਰੇ ਕੀਤੀ ਆ, ਕਿਉਂਕਿ ਉਹਦੇ ਪਾਠਕਾਂ ਵੱਲੋਂ ਇਨਾਮ ਦਿੱਤਾ ਗਿਆ ਸੀ। ਭਾਰਤੀ ਸਾਹਿਤ ਅਕਾਦਮੀ ਜਿਹੜਾ ਇਨਾਮ ਆ ਉਹ ਸਰਕਾਰ ਵੱਲੋਂ ਦਿੱਤਾ ਜਾਂਦਾ, ਪਰ ਪਹਿਲੇ ਸਮਿਆਂ ਦੇ ਵਿੱਚ ਇਨਾਮ ਉਹ ਦਿੱਤੇ ਜਾਂਦੇ ਸੀ, ਪਰ ਹੁਣ ਉਹ ਲਏ ਜਾਂਦੇ ਨੇ। ਉਹ ਲੈਣ ਵਾਲਿਆਂ ਦੇ ਵਿੱਚ ਬਹੁਤ ਸਾਰੇ ਸਾਡੇ ਵੱਡੇ ਵੱਡੇ ਸ਼ਾਇਰ, ਕਹਾਣੀਕਾਰ, ਨਾਵਲਕਾਰ ਤੇ ਆਲੋਚਕ, ਪ੍ਰਕਾਸ਼ਕ ਤੇ ਵਾਰਤਕ ਲੇਖਕ ਸ਼ਾਮਲ ਨੇ। ਤੇ ਜਦੋਂ ਸਾਹਿਤ ਵੱਡਾ ਸੀ ਤੇ ਵੱਡੇ ਨਾਮ ਸੀ ਤੇ ਵੱਡੇ ਸਾਹਿਤਕਾਰ ਸੀ ਸਾਡੇ ਕੋਲ, ਤੇ ਅੱਜ ਜੇ ਪੰਜਾਬੀ ਦੇ ਵਿੱਚ ਕਿਤਾਬਾਂ ਵਿਕ ਰਹੀਆਂ ਨੇ ਤਾਂ ਉਹ ਸਾਡੇ ਵੱਡੇ ਲੇਖਕਾਂ ਦੀਆਂ ਵਿਕ ਰਹੀਆਂ ਨੇ, ਜਿਹੜੇ ਜਿਨ੍ਹਾਂ ਨੇ ਪ੍ਰਤੀਬੱਧ ਹੋ ਕੇ ਪੰਜਾਬੀ ਸਾਹਿਤ ਦੀ ਸੇਵਾ ਕੀਤੀ ਹੈ, ਨਾ ਕਿ ਸਾਹਿਤ ਦਾ ਧੰਦਾ ਕੀਤਾ। ਪਰ ਅੱਜ ਕੱਲ੍ਹ ਦੇ ਸਾਹਿਤਕਾਰ ਧੰਦਾ ਕਰਦੇ ਨੇ, ਤੇ ਜਿਹੜਾ ਧੰਦਾ ਸ਼ਬਦ ਬਹੁਤ ਖਤਰਨਾਕ ਸ਼ਬਦ ਆ ਤੇ ਬਹੁਤ ਸਾਰੇ ਬੰਦਿਆਂ ਨੂੰ ਇਹ ਸ਼ਬਦ ਚੁਭੂਗਾ ਵੀ, ਪਰ ਮਿੱਤਰੋ ਗੱਲ ਜਿਵੇਂ ਕਹਿੰਦੇ ਨੇ ਵੀ ਬੋਕਲ 'ਚ ਗੁੜ ਨਹੀਂ ਭੰਨ ਹੁੰਦਾ, ਸੱਚੀ ਗੱਲ ਨਿਕਲ ਜਾਂਦੀ ਆ। ਤੇ ਮੈਂ ਪੰਜਾਬੀ ਦੇ ਸਾਰੇ ਸਰੋਤਿਆਂ, ਪਾਠਕਾਂ ਤੇ ਇਸ ਚੈਨਲ ਨੂੰ ਸੁਣਨ ਵਾਲਿਆਂ ਦਾ ਧੰਨਵਾਦੀ ਹਾਂ। ਜੇ ਕਿਸੇ ਨੂੰ ਮੇਰੀਆਂ ਗੱਲਾਂ ਚੁਭੀਆਂ ਹੋਣ ਤਾਂ ਮੈਂ ਸਮਝੂੰਗਾ ਵੀ ਮੇਰੀ ਗੱਲ ਠੀਕ ਆ। ਜੇ ਗੱਲ ਹੋਰਨਾਂ ਵਾਂਗ ਹੀ ਆਈ ਗਈ ਹੋਗੀ ਤਾਂ ਇਹਦਾ ਮਤਲਬ ਹੋਊਗਾ ਵੀ ਮੈਂ ਵੀ ਇਸ ਧੰਦੇ ਦੇ ਵਿੱਚ ਸ਼ਾਮਲ ਹਾਂ। ਸਾਹਿਤ ਦਾ ਮਤਲਬ ਹੀ ਹੈ ਸਾਹ ਜਮਾ ਹਿੱਤ, ਸਾਰਿਆਂ ਦੇ ਹਿੱਤ ਦੀ ਜਿਹੜੀ ਗੱਲ ਕਰਦਾ ਹੋਵੇ। ਤੇ ਅਸੀਂ ਜਿੰਨੀ ਦੇਰ ਇਹਨਾਂ ਗਰੁੱਪਾਂ ਦੇ ਵਿੱਚ, ਇਹਨਾਂ ਮੱਠਾਂ ਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰਕੇ ਰੱਖਾਂਗੇ, ਉਨੀ ਦੇਰ ਤੱਕ ਅਸੀਂ ਸਾਰਿਆਂ ਦੇ ਹਿੱਤ ਦੀ ਕਦੀ ਗੱਲ ਨਹੀਂ ਕਰ ਸਕਦੇ। ਸਾਡੀ ਭਾਸ਼ਾ ਉਦੋਂ ਤਰੱਕੀ ਕਰੇਗੀ, ਉਦੋਂ ਵਿਕਾਸ ਕਰੇਗੀ ਜਦੋਂ ਅਸੀਂ ਨਿਸਵਾਰਥ ਕਿਸੇ ਵੀ ਰਚਨਾ ਦਾ ਪੂਰਨ ਐਨਾਲਿਸਿਸ ਕਰਦੇ ਹੋਏ, ਕਿਸੇ ਵੀ ਛਪੀ ਕਿਤਾਬ ਦਾ ਨੋਟਿਸ ਲੈ ਕੇ ਉਸ ਲੇਖਕ ਤੱਕ ਪਹੁੰਚਾਂਗੇ ਕਿ ਤੂੰ ਇਹ ਕੰਮ ਸੱਚਮੁੱਚ ਇੱਕ ਵੱਖਰੇ ਐਂਗਲ ਤੋਂ ਕੀਤਾ ਹੈ, ਤੇਰਾ ਦ੍ਰਿਸ਼ਟੀਕੋਣ ਵੱਖਰਾ ਸੀਗਾ। ਸਾਡੇ ਜਿਹੜੇ ਵੱਡੇ ਵੱਡੇ ਅਦੀਬ ਦੋਸਤ ਸੀ ਉਹਨਾਂ ਨੇ ਵੀ ਇਸ ਦ੍ਰਿਸ਼ਟੀਕੋਣ ਨੂੰ ਨਹੀਂ ਛੋਇਆ। ਫਿਰ ਅਸੀਂ ਇਨਸਾਫ ਕਰ ਰਹੇ ਹੋਵਾਂਗੇ। ਸਾਨੂੰ ਕਦੀ ਵੀ ਵੱਡੇ ਲੇਖਕਾਂ ਨੂੰ, ਜਿਹੜੇ ਜੂਰੀ ਮੈਂਬਰਸ ਹੁੰਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਦੀ ਸਿਆਸਤ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਸਾਹਿਤ ਦੇ ਨਾਲ ਇਨਸਾਫ ਕਰਨਾ ਚਾਹੀਦਾ। ਨਵੀਆਂ ਪੈੜਾਂ ਸਿਰਜਣੀਆਂ ਚਾਹੀਦੀਆਂ ਨੇ ਤਾਂ ਕਿ ਉਹਨਾਂ ਦੇ ਪਿੱਛੇ ਚੱਲਣ ਵਾਲੇ ਉਹਨਾਂ ਦੀਆਂ ਪੱਕੀਆਂ ਲੀਹਾਂ ਤੇ ਚੱਲਦੇ ਹੋਏ ਆਪਣੀ ਮਾਤ ਭਾਸ਼ਾ ਦੀ ਤਰੱਕੀ ਲਈ ਦਿਨ ਰਾਤ ਕੰਮ ਕਰ ਸਕਣ, ਆਪਣੀ ਮਾਤ ਭਾਸ਼ਾ ਦੇ ਵਿਕਾਸ ਲਈ ਦਿਨ ਰਾਤ ਕੰਮ ਕਰ ਸਕਣ। ਮਤਲਬ ਕਿਉਂਕਿ ਅਵਾਰਡ ਮਿਲ ਜਾਂਦਾ ਮਤਲਬ ਇਹ ਥੋੜੀ ਵੀ ਪੰਜਾਬੀ 'ਚ ਸਭ ਤੋਂ ਸ੍ਰੇਸ਼ਟ ਮੈਂ ਆ, ਜਾਂ ਮੇਥੋਂ ਸੋਹਣੀਆਂ ਗੱਲਾਂ ਲੋਕ ਨਹੀਂ ਕਰਦੇ, ਜਾਂ ਮੈਂ ਪਹਿਲਾ ਤੇ ਆਖਰੀ ਬੰਦਾ ਜਿਹਨੇ ਬਹੁਤ ਸ਼ਾਹਕਾਰ। ਇਹਦਾ ਮਤਲਬ ਜਿਹੜੇ ਲੋਕ ਇਲਜ਼ਾਮ ਲਾਉਂਦੇ ਉਹਦਾ ਕਾਰਨ ਇਹੋ ਹੀ ਹੈ ਵੀ ਉਹ ਆਪ ਪਿੱਛੇ ਰਹਿ ਕੇ ਕਰਕੇ ਇਹ ਹੁਣ ਨਹੀਂ, ਉਹ ਤਾਂ ਦੇਖੋ ਉਹ ਹੋ ਵੀ ਸਕਦੀ ਆ, ਉਹ ਸਾਰਿਆਂ ਨਾਲ ਨਹੀਂ ਹੋਊਗੀ, ਕਿਸੇ ਇੱਕ ਅੱਧੇ ਨੂੰ ਤਾਂ ਯਕੀਨਨ ਹੋਊਗੀ। ਮਤਲਬ ਮੈਨੂੰ ਯਾਦ ਆ ਹੁਣ, ਜੇ ਤੁਸੀਂ ਹੁਣ ਗੱਲਾਂ ਇਦਾਂ ਦੀਆਂ ਛੇੜ ਲਈਆਂ ਤਾਂ ਫਿਰ ਆਪਾਂ ਖੁੱਲ੍ਹ ਕੇ ਗੱਲਾਂ ਕਰਦੇ ਵੀ। ਮੇਰੀ ਪਹਿਲੀ ਕਿਤਾਬ ਛਪਣ ਵੇਲੇ ਇੱਕ ਦੋਸਤ ਮੈਨੂੰ ਕਹਿੰਦਾ ਵੀ ਨਾ ਛਪਵਾ, ਤੂੰ ਪਛਤਾਇਆ ਕਰੇਂਗਾ, ਤੂੰ ਲੁਕੋਇਆ ਕਰੇਂਗਾ ਇਹਨੂੰ। ਤੇ ਮੈਂ ਕਿਹਾ ਜੀ ਮੈਂ ਤਾਂ ਹੁਣ ਛਪਵਾਤੀ, ਜਾਂ ਮੈਂ ਤਾਂ ਸੋਚ ਲਿਆ ਹੁਣ ਤਾਂ ਛਪੂਗੀ।
ਛਪ ਗਈ ਕਿਤਾਬ ਤਾਂ ਮੈਂ ਪਛਤਾਇਆ ਤਾਂ ਨਹੀਂ ਘੱਟੋ ਘੱਟ। ਮੈਂ ਕਿਤੇ ਦਾਅਵਾ ਨਹੀਂ ਕਰਦਾ ਤੁਹਾਡੇ ਕੋਲ ਬੈਠਾ ਵੀ ਮੈਂ ਪੰਜਾਬੀ ਦਾ ਸਭ ਤੋਂ ਵੱਡਾ ਕਹਾਣੀਕਾਰ ਹਾਂ। ਸੁਸ਼ੀਲ ਹੁਣੀ ਨੇੜੇ ਬੈਠੇ ਸਾਡੇ ਵੱਡੇ ਸੰਪਾਦਕ ਨੇ, ਵੱਡੇ ਰਸਾਲੇ ਦੇ ਸੰਪਾਦਕ ਨੇ ਨਾ, ਬਹੁਤ ਛਾਪੀਆਂ ਮੇਰੀਆਂ ਕਹਾਣੀਆਂ। ਤੇ ਕਿਤੇ ਗੱਲ ਇਹ ਵੀ ਜਾਣਦੇ ਨੇ, ਇਹ ਮੇਰੇ ਸਮੇਤ 50 ਬੰਦਿਆਂ ਨੂੰ ਹੋਰ ਛਾਪਦੇ, ਕਿਤੇ ਥੋੜੀ ਕਿ ਸਿਮਰਨ ਧਾਲੀਵਾਲ ਪੰਜਾਬੀ ਦਾ ਚੈਖੋਵ ਆ ਵੀ ਇਹ ਤੋਂ ਬਿਨਾਂ ਜਾਂ ਇਹ ਤੋਂ ਬਾਅਦ ਕੋਈ ਨਹੀਂ ਜੰਮਿਆ। ਇਹ ਵੱਖਰੀ ਗੱਲ ਆ ਵੀ ਕਹਾਣੀ ਮੈਂ ਕਿੱਦਾਂ ਦੀ ਲਿਖਦਾ, ਪਰ ਮੈਂ ਘੱਟੋ ਘੱਟ ਇੰਜ ਨਹੀਂ ਸੀਗਾ ਕਿ ਮੈਨੂੰ ਕਿਤਾਬ ਲਕਾਉਣੀ ਪਈ, ਕੋਈ ਕਹਾਣੀਆਂ ਕਿਸਮ ਦੀ ਕਿਤਾਬ ਥੋੜੀ ਸੀਗੀ। ਠੀਕ ਆ, ਮੈਂ ਨਾ ਰੁਕਿਆ ਵੀ ਨਹੀਂ ਉਸ ਤੋਂ ਬਾਅਦ ਵੀ ਉਹ ਕਿਤਾਬ ਜਿਹੀ ਸੀਗੀ ਤਾਂ ਮੈਂ ਉਸ ਤੋਂ ਬਾਅਦ ਰੁਕ ਗਿਆ। ਮੈਂ ਤਾਂ 3 ਕਿਤਾਬਾਂ ਲਿਖੀਆਂ, 3 ਕਿਤਾਬਾਂ ਤੋਂ ਬਾਅਦ ਹੋਰ ਕੁਝ ਚੰਗੀਆਂ ਕਹਾਣੀਆਂ ਲਿਖੀਆਂ, ਹੁਣ 'ਚ ਵੀ ਛਪਣੀਆਂ, ਅੱਗੇ ਆ ਕੇ ਫਿਲਹਾਲ 'ਚ ਇੱਕ ਕਹਾਣੀ ਛਪਣੀ ਆ, ਹੋਰ ਥਾਵਾਂ 'ਤੇ ਛਪਦੀਆਂ ਰਹਿਣਗੀਆਂ। ਸੋ ਇਸ ਕਰਕੇ ਉਹ ਚੀਜ਼ਾਂ ਤਾਂ ਦੇਖੋ ਜਿੱਥੇ ਕਿਤੇ ਉਹ ਜਿਹੜੀ ਕੁਛ ਉਸ ਕਿਸਮ ਦੀ ਤੁਸੀਂ ਗੱਲ ਕਰ ਰਹੇ ਆ ਵੀ ਕਿਸੇ ਨੂੰ ਲੱਗਦਾ ਲੱਗਣਾ ਲਗਾਉਣਾ, ਅੱਗੇ ਲੰਘਣਾ ਕੀ, ਮੈਨੂੰ ਤਾਂ ਕਦੇ ਇਹ ਨਹੀਂ ਸਮਝ ਆਈ ਵੀ ਅਸੀਂ ਲੇਖਕਾਂ ਨੇ ਕੀ ਅੱਗੇ ਲੰਘ ਜਾਣਾ ਕਿਸੇ ਨਾਲੋਂ। ਸਾਡਾ ਦਾਇਰਾ ਕਿੱਡਾ ਕਾ, 10 ਬੰਦੇ ਤੁਸੀਂ ਲਿਖਣ ਵਾਲੇ ਆ, 10 ਬੰਦੇ ਤੁਸੀਂ ਪੜ੍ਹਨ ਵਾਲੇ ਆ, 10 ਹੀ ਇੱਕ ਦੂਜੇ ਨੂੰ ਜਾਣਨ ਵਾਲੇ ਆ ਫੋਨ ਤੇ। ਮੈਂ ਤੁਹਾਨੂੰ ਦੱਸਦਾ ਜਗਜੀਤ ਜੀ ਕਹਾਣੀ ਪੜ੍ਹ ਲਈ, ਤੁਸੀਂ ਮੈਨੂੰ ਦੱਸਦੇ ਜੇ ਸਿਮਰਨ ਕਹਾਣੀ ਪੜ੍ਹ ਲਈ, ਤੇ ਅੱਗੇ ਕਿਹਦੇ ਤੋਂ ਲੰਘਣਾ ਜੀ ਦੱਸੋ, ਹਨਾ। ਇਸ ਕਿਸਮ ਦਾ ਸਾਡੇ ਕਿਹੜਾ ਐਡਾ ਮੈਰਾਥਨ ਲੱਗੀ ਜਿਹਦੇ ਚ ਅੱਗੇ ਲੰਘਣਾ ਤੁਸੀਂ, ਹਨਾ, 2.5 ਜਾਣੇ ਆਪਾਂ। ਸੋ ਇਸ ਕਰਕੇ ਅੱਗੇ ਲੰਘਣ ਲੱਗਾ ਮੈਨੂੰ ਤਾਂ ਨਹੀਂ ਪਤਾ, ਉਹਨਾਂ ਨੂੰ ਲੱਗਦਾ ਤੇ ਨਾ ਹੀ ਮੈਂ ਕੋਈ ਬਹੁਤਾ ਅੱਗੇ ਲੰਘ ਗਿਆ। ਦੱਸੋ ਕੀ ਐਡਾ ਮੈਂ ਅੱਗੇ ਵੀ ਕੁਛ, ਹਨਾ। ਉਹ ਕਹਿੰਦੇ ਵੀ ਹੁਣ ਇਨਾਮ ਕੋਈ ਵੀ ਨਹੀਂ ਰਹਿ ਗਿਆ ਸਿਮਰਨ ਦੇ ਲੈਣ ਵਾਲਾ। ਨਹੀਂ, ਉਹ ਬਾਏ ਚਾਂਸ ਆ। ਦੇਖੋ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ, ਜਿਹੜੀ ਕਿ ਸ਼ਾਇਦ ਬਹੁਤ ਲੋਕਾਂ ਨੂੰ ਪਤਾ ਨਹੀਂ, ਭੁਲੇਖਾ ਵੀ ਹੋਵੇ, ਘੱਟੋ ਘੱਟ ਆਮ ਲੋਕਾਂ ਨੂੰ ਤਾਂ ਭੁਲੇਖਾ ਹੋਊਗਾ। ਜਿਹੜਾ ਹੈਗਾ ਨਾ ਸਾਹਿਤ ਅਕੈਡਮੀ ਦਾ ਜੋ ਅਵਾਰਡ, ਇਹ ਕੋਈ ਬਹੁਤ ਉਸ ਕਿਸਮ ਦੀ ਗੱਲ ਨਹੀਂ ਹੈ। ਉਹ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ। ਉਹ ਸਭ ਨੂੰ ਹੀ ਮਿਲ ਜਾਣਾ ਵਾ, ਕਿਉਂਕਿ 35 ਸਾਲ ਉਹਦੀ ਸੀਮਾ ਵਾ। ਪੰਜਾਬੀ 'ਚ 35 ਸਾਲ ਤੱਕ ਲਿਖਣ ਵਾਲੇ ਬਹੁਤ ਥੋੜੇ ਲੋਕ ਨੇ, ਨਵੇਂ ਮੁੰਡੇ ਬਹੁਤ ਥੋੜੇ ਨੇ। ਤਾਂ ਉਹ ਕਿਹੜਾ ਰਹਿ ਗਿਆ ਮੈਨੂੰ ਦੱਸੋ ਤੁਸੀਂ, ਨਾ ਗਿਣ ਕੇ, ਮਤਲਬ ਸਭ ਨੂੰ ਮਿਲ ਗਿਆ, ਹਨਾ। ਤਾਂ ਉਹ ਮਿਲ ਜਾਣਾ। ਸਾਹਿਤ ਅਕੈਡਮੀ ਦਾ ਅਵਾਰਡ ਕੋਈ ਏਡੀ ਉਸ ਕਿਸਮ ਦੀ ਗੱਲ ਥੋੜੀ ਸੀਗੀ ਵੀ ਜਿਵੇਂ ਉਹ ਲੈ ਲਿਆ ਢਾਹਾਂ ਲੈ ਲਿਆ ਤੁਸੀਂ ਕਹੋ ਅਵਾਰਡ ਮੁੱਕ ਗਏ, ਵੀ ਗੱਲ ਮੁੱਕ ਗਈ। ਅਵਾਰਡ ਥੋੜੀ, ਮਤਲਬ ਮੈਂ ਅਵਾਰਡ ਕਰਕੇ ਥੋੜੀ ਆ, ਮੇਰੀ ਕਹਾਣੀ ਅਵਾਰਡ ਕਰਕੇ ਥੋੜੀ। ਮੈਂ ਤਾਂ ਜਦੋਂ 6 ਸਾਲ ਕਹਾਣੀਆਂ ਲਿਖੀਆਂ, 12 'ਚ ਜਾ ਕੇ ਕਿਤਾਬ ਛਪੀ, 2006 'ਚ ਪਹਿਲੀ ਕਹਾਣੀ ਪ੍ਰੇਮ ਪ੍ਰਕਾਸ਼ ਨੇ ਛਾਪੀ ਸੀਗੀ ਲਕੀਰ 'ਚ, ਮੇਰੇ ਲਈ ਤਾਂ ਉਹ ਵੀ ਅਵਾਰਡ ਸੀਗਾ। ਠੀਕ ਆ, ਉਹ ਛਪੀ, ਫਿਰ 6 ਸਾਲ ਬਾਅਦ ਕਿਤਾਬ ਛਪਦੀ ਆ। ਤਾਂ ਉਦੋਂ ਤੱਕ ਤਾਂ ਕਿਤੇ ਮੈਨੂੰ ਨਹੀਂ ਸੀ ਪਤਾ ਵੀ ਮੈਨੂੰ ਸਾਹਿਤ ਅਕੈਡਮੀ ਦਾ ਜੋ ਅਵਾਰਡ ਮਿਲਣਾ। ਮੈਂ ਤਾਂ ਬਿਨਾਂ ਸੋਚ ਕੇ ਲਿਖੀ ਸੀਗੀ। ਉਸ ਪਲ ਕਿਤਾਬ ਜਦੋਂ ਛਪੀ, ਲਿਖੀ, ਕਹਾਣੀਆਂ ਉਹਦੀਆਂ ਛਪਦੀਆਂ ਰਹੀਆਂ, ਗਾਏ ਵਿੱਚ 3-4 ਕਹਾਣੀਆਂ ਹੁਣ 'ਚ ਵੀ ਛਪੀਆਂ, ਹੋਰ ਸਾਲਿਆਂ 'ਚ ਵੀ ਛਪੀਆਂ ਹੋਣਗੀਆਂ। ਤਾਂ ਮੈਂ ਇਹ ਸੋਚ ਕੇ ਥੋੜੀ ਲਿਖੀ ਸੀ ਕਿ ਢਾਹਾਂ ਅਵਾਰਡ ਮਿਲਾਂ। ਮੈਨੂੰ ਤਾਂ ਚੇਤਾ ਵੀ ਨਹੀਂ ਸੀਗਾ ਵੀ ਕਿਤਾਬ ਭੇਜੀ ਆ। ਲੰਮਾ ਪ੍ਰੋਸੈਸ ਉਹਨਾਂ ਦਾ, ਕਈ ਮਹੀਨੇ ਲੱਗੇ ਉਹਦੇ 'ਚ, ਚਲੇਗੀ ਕਿਤਾਬ। ਉਸ ਤੋਂ ਬਾਅਦ ਉਹਨਾਂ ਦਾ ਕਿਤੇ ਫੋਨ ਆਇਆ ਵੀ ਇੱਦਾਂ ਸਾਰਾ ਕੁਛ। ਤਾਂ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਵਾ ਵੀ ਐਡਾ ਕੁਛ ਨਹੀਂ, ਇਹ ਹੁਣ ਸੋਚਣ ਦਾ ਨਜ਼ਰੀਆ ਵਾ, ਜਿੱਦਾਂ ਮਰਜ਼ੀ ਸੋਚਦੇ ਰਹੋ। ਮੇਰਾ ਕੰਮ ਕਹਾਣੀ ਲਿਖਣਾ ਤਾਂ ਮੈਂ ਅਜੇ ਵੀ ਲਿਖ ਰਿਹਾ। ਨਾ ਤਾਂ ਅਵਾਰਡ ਲੈਣ ਤੋਂ ਪਹਿਲਾਂ ਕੁਝ ਇਸ ਤਰ੍ਹਾਂ ਸੀਗਾ, ਤੇ ਨਾ ਹੁਣ ਮੈਨੂੰ ਕੋਈ ਖੰਭ ਲੱਗ ਗਿਆ, ਜਾਂ ਹੁਣ ਮੇਰੀ ਕਹਾਣੀ ਹੋਰ ਕੁਛ ਹੋ ਗਈ, ਜ਼ਿੰਮੇਵਾਰੀ ਵੱਧ ਗਈ। ਜ਼ਿੰਮੇਵਾਰੀ ਦੇਖੋ ਤੁਸੀਂ ਇਸ ਕਿਸਮ ਨੂੰ ਇੰਜ ਲੈ ਕੇ ਸੋਚ ਸਕਦੇ ਹੋ ਵੀ ਠੀਕ ਆ, ਤੁਸੀਂ ਤੁਹਾਡੀ ਪਛਾਣ ਗੂੜੀ ਹੁੰਦੀ ਆ ਉਸ ਚੀਜ਼ ਦੇ ਨਾਲ, ਪਛਾਣ ਗੂੜੀ ਹੁੰਦੀ ਆ ਤਾਂ ਲੋਕ ਤੁਹਾਨੂੰ ਜ਼ਿਆਦਾ ਜਾਣਨ ਲੱਗਦੇ ਨੇ ਥੋੜਾ। ਉਹ ਤਾਂ ਯਕੀਨਨ ਆ ਕਿ ਤੁਸੀਂ ਚੰਗਾ ਲਿਖਣਾ ਚਾਹੋ ਤੇ ਚੰਗਾ, ਮੈਨੂੰ ਲੱਗਦਾ ਵੀ ਕਿ ਅਵਾਰਡ ਤੋਂ ਬਿਨਾਂ ਵੀ, ਕਿਉਂਕਿ ਲੇਖਕ ਨੂੰ ਚੰਗਾ, ਲੇਖਕ ਨੂੰ ਵੱਡਾ ਉਹਦੀ ਮਿਹਨਤ ਨੇ ਬਣਾਉਣਾ। ਅਵਾਰਡ ਵੱਡਾ ਬਣਾਉਂਦੇ ਹੁੰਦੇ ਤਾਂ ਫਿਰ ਤਾਂ ਮਤਲਬ ਫਿਰ ਤਾਂ ਕਿਸੇ ਵੀ ਤਰ੍ਹਾਂ ਫਿਰ ਸਾਰੇ ਬਣ ਜਾਂਦੇ। ਅਵਾਰਡ ਲੈਣ ਦੀ ਜਿਵੇਂ ਤੁਸੀਂ ਕਿਹਾ ਵੀ ਮਿਲ ਜਾਂਦੇ ਆ, ਫਿਰ ਤਾਂ ਜਿਹੜਾ ਮਰਜ਼ੀ ਲੈ ਲੂਗਾ। ਮਤਲਬ ਮੈਂ ਤਾਂ ਇੱਥੇ ਬੈਠਾ, ਕੈਨੇਡਾ 'ਚ ਬੜੇ ਬੈਠੇ ਲੋਕ, ਮਤਲਬ ਮੈਂ ਸ਼ਾਇਦ ਮੈਨੂੰ ਬਹੁਤ ਘੱਟ ਲੋਕ ਜਾਣਦੇ ਆ। ਮੈਂ ਕਿਤੇ ਤੁਸੀਂ ਰਿਕਾਰਡ ਚੈੱਕ ਕਰਕੇ ਦੱਸੋ ਮੇਰਾ ਕਿਤੇ ਰੂਬਰੂ ਹੋਇਆ, ਕਿਤੇ ਮੈਂ ਕਿਸੇ ਕਿਸਮ ਦਾ ਕੋਈ ਇੰਟਰਵਿਊ ਹੋਇਆ ਕਿਸੇ ਚੈਨਲ ਤੇ, ਕਿਸੇ ਰਸਾਲੇ 'ਚ, ਕਿਤੇ ਕੁਛ ਕਿਸੇ ਕਾਲਜ। ਮੈਂ ਤਾਂ ਜਾਂਦਾ ਹੀ ਨਹੀਂ, ਮੈਥੋਂ ਗੱਲਾਂ ਹੀ ਨਹੀਂ ਹੁੰਦੀਆਂ, ਨਾ ਮੈਨੂੰ ਇੰਨੀਆਂ ਉਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ, ਨਾ ਮੈਂ ਕਰਨੀਆਂ ਚਾਹੁੰਦਾ। ਮਤਲਬ ਮੇਰਾ ਤਾਂ ਦਾਇਰਾ ਹੀ ਬੜਾ ਥੋੜਾ ਆ। ਪੱਟੀ ਤੋਂ ਅੱਗੇ ਤਰਨਤਾਰਨ ਤੱਕ ਤੁਸੀਂ ਜਾਣਦੇ ਆ, ਤਰਲੋਚਨ ਹੁਣੀ, ਤੁਸੀਂ 2-3 ਜਾਣੇ, ਮੈਨੂੰ ਤਾਂ ਬਹੁਤ ਥੋੜੇ ਲੋਕ ਜਾਣਦੇ ਆ। ਤਾਂ ਇਸ ਕਰਕੇ ਜਿਹਨੂੰ ਥੋੜੇ ਲੋਕ ਜਾਣਦੇ ਆ ਤੇ ਉਹਨੇ ਕੀ ਕਰਨਾ। ਮਤਲਬ ਮੈਂ ਤਾਂ ਇੰਨੇ 'ਚ ਹੀ ਖੁਸ਼ ਆ।